ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਤਸ਼ਾਹੀ ਖਾਲਸੇ ਨੂੰ ਦੇਤੀ ਜਿਹੜੇ ਕਿ ਨੀਚੀਆਂ ਜਾਤਾਂ ਵਾਲੇ ਸੋ ਕਾਲਡ ਸੀ। ਬੁੱਲੇ ਸ਼ਾਹ ਨੇ ਕਿਹਾ ਸੀ ਭੂਰੀਆਂ ਵਾਲੇ ਰਾਜੇ ਕੀਤੇ। ਗੁਰੂ ਨਾਨਕ ਪਾਤਸ਼ਾਹ ਨੇ ਆਈਡੀਆ ਕੀਤਾ, ਟ੍ਰੇਨਿੰਗ ਕੀਤੀ, ਸਾਰਿਆਂ ਨੇ ਉਹ ਟ੍ਰੇਨਿੰਗ ਕਰਦੇ ਰਹੇ। 10ਵੇਂ ਪਾਤਸ਼ਾਹ ਨੇ ਤਾਂ ਸਿੱਧਾ ਹੀ ਕਰਤਾ ਕਿ ਇਨ ਗਰੀਬ ਸਿੰਘਾਂ ਕੋ ਦੇ ਪਾਤਸ਼ਾਹੀ। ਸਿੱਖੀ ਜਿਵੇਂ ਅਸੀਂ ਕਹਿੰਦੇ ਹਾਂ ਇੱਕ ਜ਼ਿੰਦਗੀ ਦਾ ਜੀਣ ਦਾ ਇੱਕ ਰਸਤਾ, ਇੱਕ ਫਲਸਫਾ ਹੈ। ਉਹਦਾ ਊੜਾ ਐੜਾ ਕਿੱਥੋਂ ਸ਼ੁਰੂ ਹੁੰਦਾ ਹੈ? ਇਹ ਜੋ ਬੇਸਿਕ ਚੀਜ਼ਾਂ ਨੇ ਕਿ ਅਸੀਂ ਜਾਤ ਪਾਤ ਨਹੀਂ ਮੰਨਣੀ, ਔਰਤਾਂ ਨੂੰ ਬਰਾਬਰੀ ਦੇਣੀ ਹੈਗੀ, ਉਹ ਸਾਡਾ ਊੜਾ ਐੜਾ ਹੈ ਕਿ ਸਾਡੀ ਸਿਰਫ ਦਿਖ। ਸੋ ਵੀ ਹੈਵ ਟੂ ਰੀਅਲਾਈਜ਼ ਕਿ ਗੁਰੂ ਇਜ਼ ਸ਼ੋਇੰਗ ਟੂ ਅਸ ਕਿ ਤੁਸੀਂ ਸਾਰੇ ਮਸੰਦ ਮਾੜੇ ਨਹੀਂ ਸੀ ਕਹਿੰਦੇ, ਬਟ ਇੰਨੇ ਮਾੜੇ ਹੋ ਗਏ ਨੇ ਹੁਣ ਪਤਾ ਨਹੀਂ ਲੱਗ ਰਿਹਾ ਕੌਣ ਠੀਕ ਹੈ ਤੇ ਕੌਣ ਨਹੀਂ। ਪਿੱਛੇ ਹਟ ਕੇ ਦੇਖੋ, ਪਿੱਛੇ ਹਟ ਕੇ ਜਾਂ ਉੱਪਰ ਹਟ ਕੇ। ਤੁਸੀਂ ਪਿੱਛੇ ਵੀ ਹਟੇ ਹੋ, ਮੇਰੇ ਕਾ ਹਟੇ ਹੋ, ਕੀ ਦੇਖਿਆ? ਮੈਂ ਮੂੰਹ ਰੱਖ ਕੀ ਕੇ ਤੱਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਸਿਨ ਵਰਡ ਬੜਾ ਰਿਲੀਜੀਅਸ ਦਾ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਨਹੀਂ ਕ੍ਰਿਮੀਨੈਲਿਟੀ ਕਿੰਨੀ ਆ ਗਈ ਸਾਡੇ। ਡਿੱਗੇ ਹੋਏ ਨੂੰ ਚੱਲਣਾ ਸਿਖਾਈਦਾ, ਚੱਲਣੇ ਹੋਏ ਨੂੰ ਦੌੜਨਾ ਸਿਖਾਈਦਾ। ਇਹ ਆ ਸਾਡਾ ਵੈਲਿਊ ਸਿਸਟਮ। ਅਸੀਂ ਕਹਿੰਦੇ ਆ ਕਿ ਸਿੱਖਾਂ ਬਿਨਾ, ਪੰਜਾਬ ਬਿਨਾ ਦੇਸ਼ ਨੂੰ ਆਜ਼ਾਦੀ ਨਾ ਮਿਲਦੀ, ਬਟ ਮੇਰਾ ਬੇਟਾ ਉਸ ਦਿਨ ਕਹਿੰਦਾ ਹਿਸਟਰੀ ਪੜ੍ਹਾ ਰਹੀ ਸੀਗੀ 9th ਕਲਾਸ, ਕਹਿੰਦਾ ਸਿੱਖ ਹਿਸਟਰੀ ਤੇ ਕਿੱਥੇ ਆਉਂਦੀ ਨਹੀਂ ਹੈਗੀ ਹੈ। ਸਿੱਖ ਹਿਸਟਰੀ ਐਂਡ ਪੰਜਾਬ ਹਿਸਟਰੀ ਇਜ਼ ਟੋਟਲੀ ਇਗਨੋਰਡ ਕਿ ਸਾਡੀ ਜਿਹੜੀ ਨੰਬਰ 1 ਗੁਲਾਮੀ ਹੈ ਨਾ ਸਾਡੇ ਆਪਣੇ ਮਸੰਦਾਂ ਦੀ ਆ। ਇਹਨਾਂ ਨੂੰ ਮੰਡੀਰ ਬੜੀ ਕਾਮਨਲੀ ਕਿਹਾ ਜਾਂਦਾ ਹੈ ਕਿ ਮੰਡੀਰ ਇੱਧਰ ਨੂੰ ਚੱਲ ਗਈ। ਸੋ ਉਹ ਕਿੱਥੇ ਮਾੜਾ ਵੀ ਲੱਗਦਾ ਹੈ ਕਿਉਂਕਿ ਸਾਡੇ ਬੱਚੇ ਵੀ ਉਸ ਮੰਡੀਰ 'ਚ ਆਉਂਦੇ ਨੇ। ਦੇਖੋ ਜਿਹਦੇ ਤਿਆਰੀ ਕਰਾਣੀ ਸੀ ਤਾਂ ਉਹਦੇ ਉੱਤੇ ਸਵਾਲ ਆ ਗਿਆ ਨਾ। ਇਸ ਲਈ ਕਿ ਆਪਾਂ ਸਕੂਲ 'ਚ ਜਾਈਏ ਤੇ ਕਹੀਏ ਕਿ ਸਟੂਡੈਂਟ ਮਾੜੇ ਨੇ। ਇਹੋ ਪਤਾ ਸੀਗਾ ਕਿ ਜੇ ਕੋਈ ਪ੍ਰੋਬਲਮ ਹੋ ਜਾਏ, ਜਿੱਥੇ ਕੋਈ ਸਰਦਾਰ ਹੋ ਜਾਏ ਖੜੇ ਹੋ ਜਾਓ, ਅੱਜ ਨਹੀਂ ਮੈਂ ਕਰ ਸਕਦੀ। ਸੋ ਉਹ ਜਿਹੜੀ ਚੇਂਜ ਆਈ ਹੈ ਉਧਰ ਔਰ ਇੱਧਰ ਵਿੱਚ ਕਿੰਨਾ ਫਰਕ ਹੈ ਕਿ ਉੱਥੇ ਜਿਹੜਾ ਅਸੀਂ ਮੰਨਦੇ ਹਾਂ ਕਿ ਉੱਥੇ ਔਰਤਾਂ ਨੂੰ ਜ਼ਿਆਦਾ ਬਰਾਬਰੀ ਘਰ ਵਿੱਚ ਮਿਲਦੀ ਹੈ ਕਿ ਉਹ ਸਿਰਫ ਆਓ ਸਖੀ ਹਰ ਮੇਲ ਕਰੇ ਹਾਂ ਸਾਰਾ ਹੀ ਫੈਮਿਨਨ ਆ। ਸੋ ਵੀ ਹੈਵ ਟੂ ਲਰਨ ਫਰਮ ਦ ਗੁਰੂਜ਼ ਬਾਣੀ। ਬੜੇ ਫੇਮਸ ਉਹਨਾਂ ਦਾ ਸਵੇਰੇ ਸੁਣ ਰਹੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਸਿਰਫ ਉਹਨਾਂ ਨੂੰ ਖੁਸ਼ ਰੱਖਣ ਲਈ ਔਰਤਾਂ ਨੂੰ ਬਰਾਬਰੀ ਦਿੱਤੀ, ਕਿ ਇਹਦਾ ਮਤਲਬ ਇਹ ਓਪਨਲੀ ਹੁਣੇ ਪ੍ਰਚਾਰ ਹੋ ਰਿਹਾ ਹੈ। ਔਰ ਇਹ ਜੀ ਸਟੇਟਮੈਂਟਸ ਬਾਰੇ ਮੈਂ ਨਹੀਂ ਕੁਝ ਕਹਾਂਗਾ। ਮੈਨੂੰ ਜ਼ਿੰਦਗੀ ਦੇ ਮਤਲਬ ਜਦੋਂ ਰੀਅਲਿਜ਼ਮ ਸਮਝ ਨਹੀਂ ਆਇਆ, ਹਕੀਕਤਾਂ ਜਦ ਸਮਝ ਆਈਆਂ ਤਾਂ ਪਤਾ ਚੱਲਿਆ ਕਿ ਮੈਂ ਐਜ਼ ਅ ਲੜਕੀ ਮੇਰੇ 'ਚ ਕੋਈ ਕਮੀ ਹੈ, ਕਿਉਂਕਿ ਬਚਪਨ ਦੱਸਿਆ ਹੀ ਨਹੀਂ ਕਿ ਮੇਰੀ ਉਹ ਤੁਸੀਂ ਸੈਕੰਡ ਰੇਟ ਸਿਟੀਜ਼ਨ ਹੋਣਾ ਹੈਗਾ, ਤੁਸੀਂ ਉੱਦਾਂ ਰਹਿਣਾ, ਤੁਸੀਂ ਚੁੱਪ ਰਹਿਣਾ ਹੈ, ਤੁਸੀਂ ਆਪਣੇ ਆਈਡੀਆਜ਼ ਨਹੀਂ ਦੇਣੇ, ਤੁਸੀਂ ਗੱਲ ਨਹੀਂ ਕਰਨੀ, ਜਾਂ ਤੁਸੀਂ ਡਰ ਕੇ ਸਹਿਮ ਕੇ ਰਹਿਣਾ ਹੈਗਾ। ਸੋ ਉਹ ਚੀਜ਼ਾਂ ਸਾਡੀ ਅਪਬ੍ਰਿੰਗਿੰਗ ਵਿੱਚ ਨਹੀਂ ਨੇ। ਲਾਈਕ ਯੂ ਆਰ ਕਨਫਰੰਟਿੰਗ ਇਟ, ਯੂ ਆਰ ਡੀਲਿੰਗ ਵਿਦ ਇਟ ਆਲ ਦ ਟਾਈਮ, ਯੂ نو ਕਿਸ ਤਰ੍ਹਾਂ ਦੀ ਵਲਗੈਰਿਟੀ ਨਾਲ ਵੀ ਡੀਲ ਕਰ ਰਹੇ ਹੋ। ਬਟ ਸਿੱਖਾਂ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਲਈ ਜਿਹੜਾ ਵੈਲਿਊ ਸਿਸਟਮ ਦਿੱਤਾ ਸੀ ਨਾ, ਉਹਨੇ ਇਹ ਦੱਸਿਆ ਸੀਗਾ ਕਿ ਕੋਈ ਗੱਲ ਹੀ ਨਹੀਂ, ਬੋਲ ਕੇ ਨਹੀਂ ਲੜਾਈ ਕਰਦੀ। ਅਸੀਂ ਤਾਂ ਜੇ ਡਿਸਐਗਰੀ ਵੀ ਕਰਦੇ ਹਾਂ, ਯੂ ਲਿਵ ਦ ਵੇ ਯੂ ਵਾਂਟ ਟੂ ਲਿਵ, ਆਈ ਲਿਵ ਦ ਵੇ ਆਈ ਵਾਂਟ ਟੂ ਲਿਵ, ਬਟ ਉਹ ਅਸੀਂ ਛੱਡਤਾ। ਬੰਦਿਆਂ ਵਿੱਚੋਂ ਸਭ ਤੋਂ ਵੱਡਾ ਬੰਦਾ ਉਹ ਆ ਤੇ ਜਨਾਨੀਆਂ ਵਿੱਚੋਂ ਸਭ ਤੋਂ ਵੱਡੀ ਜਨਾਨੀ ਇਹ ਆ। ਤੇ ਅਸੀਂ ਇਹ ਵਿਚ ਮੀਨਸ ਕਿ ਸਾਡੇ ਸਾਰਿਆਂ ਵਿੱਚ ਅਸੀਂ ਉਹਦਾ ਅੰਸ਼ ਆ ਨਾ, ਤੁਸੀਂ ਵੀ ਹੋ ਮੈਂ ਵੀ ਹਾਂ। ਹੁਣ ਤੁਸੀਂ ਦਸਵੰਤਾਂ ਦਾ ਤੁਸੀਂ ਆਦਤ ਹੈ, ਸੋਚ ਹੈ, ਪਰ ਉਹਨੂੰ ਤੁਸੀਂ ਮੈਜਰ ਤੇ ਨਹੀਂ ਕਰ ਸਕਦੇ। ਅਸੀਂ ਕਹਿੰਦੇ ਹਾਂ ਅਸੀਂ ਸੋਨਾ ਚੜਾਤਾ, ਪਰ ਕੀ ਸਾਡੀ ਕੁਰਬਾਨੀ ਉਹਨੂੰ ਦਸਵੰਤ ਮੰਨਦੀ ਹੈ ਕਿ ਜਾਂ ਤੁਸੀਂ ਜਾ ਕੇ ਕਿਸੇ ਗਰੀਬ ਨੂੰ ਦਿੱਤਾ ਜਾਂ ਕਿਸੇ ਦੀ ਸਮਾਜ ਵਿੱਚ ਕੋਈ ਉਹਦਾ ਕੰਮ ਆਇਆ, ਫਾਇਦਾ ਆਇਆ, ਸੇਵਾ ਕੀਤੀ ਕਿਸੇ ਦੀ। ਜਿਹੜੀ ਵੀ ਚੀਜ਼ ਤੁਸੀਂ ਰਿਲੀਜੀਅਸ ਲੈਵਲ ਤੇ ਇਸ ਵੇਲੇ ਡੋਨੇਸ਼ਨ ਦੇ ਰੂਪ ਵਿੱਚ ਕਰ ਰਹੇ ਹੋ, ਉਹ ਤਾਂ ਆਪਣੇ ਆਪ ਨੂੰ ਇੱਕ ਤੁਸੀਂ ਝੂਠਾ ਦਿਲਾਸਾ ਦੇ ਰਹੇ ਹੋ। ਜਿਹੜੇ ਅੱਜ ਕੱਲ੍ਹ ਦੇ ਲਫ਼ਜ਼ ਨੇ ਬੇਅਦਬੀ, ਤਾਂ ਫਿਰ ਤਾਂ ਸਭ ਤੋਂ ਜ਼ਿਆਦਾ ਵੱਡੀ ਬੇਅਦਬੀ ਅਸੀਂ ਆਪ ਕਰਦੇ ਹਾਂ, ਸਾਡੀ ਸਾਡੇ ਨਜ਼ਰ ਨਹੀਂ ਹੋ ਰਹੀ। ਬੇਅਦਬੀ ਦੀ ਗੱਲ ਕਰਨ ਲਈ ਪਹਿਲਾਂ ਸਾਨੂੰ ਅਦਬ ਕਰਨਾ ਪਊਗਾ। ਸੋ ਜਦ ਮੈਂ ਸੱਥ ਲਾਈ ਤੇ ਮੈਂ ਚੀਜ਼ਾਂ ਦੇਖਦੀ ਹਾਂ ਕਿ ਜਿਹੜੇ ਵੱਡੇ ਜ਼ਮੀਨਦਾਰ ਕੁਰਸੀਆਂ 'ਤੇ ਬੈਠਣਗੇ, ਜਿਹੜੇ ਮਨਰੇਗਾ 'ਚ ਕੰਮ ਕਰਨ ਆਪਣੇ ਉਹ ਨੀਚੇ ਬੈਠਣਗੇ, ਬੀਬੀਆਂ ਉੱਥੇ ਕੋਨੇ 'ਚ ਬੈਠਣਗੀਆਂ, ਗੁਰਦੁਆਰੇ ਵੀ ਫਿਰ ਜਾ ਜੋ ਇਹੋ ਅਸੀਂ ਉਹ ਕਰ ਲਈਆਂ। ਜਾਤ ਪਾਤ ਕਿਉਂ ਨਹੀਂ ਕੱਢ ਪਾਏ ਇਸ ਸਿਸਟਮ 'ਚੋਂ? ਕਿਉਂਕਿ ਅਸੀਂ ਵੈਲਿਊ ਸਿਸਟਮ ਭੁੱਲ ਗਏ। ਖਾਂ ਦੇ ਐਕਚੁਅਲੀ ਦੋ ਇੰਟਰਨਲ ਵੈਰੀ ਜਿਹੜੇ ਨੇ ਨਾ, ਉਹ ਕੈਸਟ ਤੇ ਸੈਕਸਿਜ਼ਮ ਹੀ ਆ। ਇੱਥੇ ਹਿੰਦੁਸਤਾਨੀ ਪਰੰਪਰਾ ਦੇ ਵਰਡ ਨੇ ਵਰਨਾ ਤੇ ਜਾਤੀ, ਹੈ ਨਾ, ਉਹ ਕੀ ਨੇ? ਕਲਾਸੀਫਿਕੇਸ਼ਨਸ ਨੇ ਤੁਹਾਡੇ ਬੈਕਗ੍ਰਾਉਂਡ ਦੇ। ਅਸੀਂ ਉਹਦੇ ਵਿੱਚ ਤੁਸੀਂ ਟੋਟਲੀ ਇਨਗ੍ਰੋਸਡ ਹੋਏ ਆ। ਦੈਟਸ ਦੀ ਅਨਡੂਇੰਗ ਆਫ ਗੁਰੂ ਨਾਨਕਸ ਰੈਵੋਲੂਸ਼ਨ। ਅਸੀਂ ਉਹ ਨਹੀਂ, ਉਹਨਾਂ ਇੱਕ ਫਰਮਾਨ ਕੱਢਣਗੇ ਕਿਉਂਕਿ ਵੀ ਤੁਸੀਂ ਇੰਨੇ ਗੁਰਦੁਆਰੇ ਨਹੀਂ ਬਣਾ ਸਕਦੇ। ਜੇ 2000 ਜਾਂ 3000 ਦੀ ਆਬਾਦੀ ਹੈ, ਉੱਥੇ 4 ਗੁਰਦੁਆਰਿਆਂ ਦਾ ਮਤਲਬ ਕੀ ਹੈਗਾ? ਸੋ ਉਹ ਚੇਂਜ ਕਿੱਥੋਂ ਆਏਗੀ? ਜੇ ਅਸੀਂ ਨੌਜਵਾਨ ਕੋਸ਼ਿਸ਼ ਕਰ ਰਹੇ ਨੇ, ਅਸੀਂ ਵਾਰ-ਵਾਰ ਦੇਖਦੇ ਹਾਂ ਨੌਜਵਾਨ ਕੋਸ਼ਿਸ਼ ਕਰਦੇ ਨੇ, ਬਟ ਕਿਉਂਕਿ ਉਹਨਾਂ ਨੂੰ ਉਸ ਦੀ ਤਿਆਰੀ ਨਹੀਂ ਦਿੱਤੀ ਗਈ। ਤੁਸੀਂ ਕਹਿ ਰਹੇ ਹੋ ਜਾਓ ਜੰਗ ਲੜ ਲਓ, ਪਰ ਤੁਹਾਨੂੰ ਦੱਸਿਆ ਹੀ ਨਹੀਂ ਗਿਆ। ਅੱਧੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਗੱਲ ਕੀ ਸੀਗੀ। ਲੀਡਰਸ਼ਿਪ ਇਜ਼ ਅ ਰਿਫਲੈਕਸ਼ਨ ਆਫ ਮੈਸੇਜ ਐਂਡ ਮੈਸੇਜ ਰਿਫਲੈਕਟ ਲੀਡਰਸ਼ਿਪ। ਕਿ ਅਸੀਂ ਜਿਹੜੇ ਨਾਨ ਇਲੈਕਟਿਡ ਨੇ ਉਹਨਾਂ ਨੂੰ ਤਾਂ ਬਹੁਤ ਦਬਲਦੇ ਆ, ਬਟ ਜਿਹੜੇ ਇਲੈਕਟਿਡ ਨੇ, ਜਿਹੜੇ ਉੱਦਾਂ ਵੀ ਪੜ੍ਹੇ ਲਿਖੇ ਗਏ ਨੇ, ਉਹਨਾਂ ਦਾ ਪੰਜਾਬ ਦਾ ਕਿੱਥੇ ਸਵਾਰ ਲਿਆ? ਸਾਰਿਆਂ ਨੂੰ ਚਾਂਸ ਮਿਲ ਗਿਆ ਨਾ ਹੁਣ ਤਾਂ। ਵਿਚ ਮੀਨਸ ਕਿਤੇ ਨਾ ਕਿਤੇ ਲਾਰਜਰ ਸਿਸਟਮ ਫੇਲੀਅਰ ਆ, ਵੈਲਿਊ ਸਿਸਟਮ ਵਾਲਾ। ਸੋ ਐਜੂਕੇਸ਼ਨ ਇੱਕ ਪੱਖ ਆ ਕਿ ਸਾਨੂੰ ਐਕਚੁਅਲੀ ਪਤਾ ਹੀ ਨਹੀਂ ਅਸੀਂ ਪੰਜਾਬ ਦਾ ਮਤਲਬ ਕੀ ਆ ਹੁਣ, ਜਾਂ ਸਿੱਖ ਦਾ ਮਤਲਬ ਇਨ ਰਿਐਲਿਟੀ ਕੀ ਹੈ। ਕਿ ਲੈਂਗੁਏਜ ਜਿਹੜੀ ਹੁੰਦੀ ਆ ਨਾ, ਭਾਸ਼ਾ, ਇਹ ਲੋਕਾਂ ਦੀ ਆਪਣੀ ਬੋਲੀ ਹੁੰਦੀ ਆ। ਬਟ ਜਦ ਕੋਈ ਲਿਪੀ ਆਉਂਦੀ ਆ
ਜੇ ਸਕ੍ਰਿਪਟ ਕੋਈ ਆਂਦਾ ਉਹ ਇੱਕ ਨਵੀਂ ਪੋਲੀਟੀਕਲ ਯੂਨਿਟ ਕਾਇਮ ਹੋ ਰਹੀ ਹੁੰਦੀ ਆ। ਸੋ ਜਿਹੜੀਆਂ ਲੋਕਾਂ ਦੀ ਭਾਸ਼ਾਵਾਂ ਸੀਗੀਆਂ ਉਹਦੇ ਬਾਰੇ ਉਸ ਭਾਸ਼ਾਵਾਂ ਦੇ ਵਿੱਚ ਉਹਨਾਂ ਨੂੰ ਸਿਖਾਉਣ ਦਾ ਜ਼ਰੀਆ ਬਣਾਉਣਾ ਸੀ, ਕਿਉਂਕਿ ਐਜੂਕੇਸ਼ਨ ਤੇ ਮੋਨੋਪੋਲੀ ਸੀਗੀ। ਉਸ ਦੇ ਵਿੱਚ ਇਹ ਗੁਰਮੁਖੀ ਅੱਖਰ ਦਿੱਤੇ ਗਏ ਸੀ। ਪੰਜਾਬ ਦੇ ਨੌਜਵਾਨਾਂ ਦਾ ਅੱਜ ਬੜਾ ਇੱਕ ਕਾਲਾ ਦੌਰ ਚੱਲ ਰਿਹਾ, ਕਿਉਂਕਿ ਕਿੱਥੇ ਅਸੀਂ ਉਹਨਾਂ ਤੇ ਭਾਰ ਵੀ ਪਾਇਆ ਕਿ ਉਹ ਅੱਗੇ ਦਾ ਰਾਹ ਵਿਖਾਣ, ਤੇ ਦੂਜੇ ਪਾਸੇ ਅਸੀਂ ਉਹਨਾਂ ਤੇ ਇਲਜ਼ਾਮ ਵੀ ਬੜੇ ਵੱਡੇ ਲਾਉਂਦੇ ਹਾਂ, ਉਹਨੂੰ ਮੰਡੀਰ ਵੀ ਬੜਾ ਕਹਿ ਦਿੰਦੇ ਹਾਂ ਕਿ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ ਹੈ। ਪਰ ਇੱਕ ਸਵਾਲ ਸਾਨੂੰ ਹੋਰ ਪੁੱਛਣਾ ਪਏਗਾ ਕਿ ਅਸੀਂ ਉਹਨਾਂ ਨੂੰ ਇਸ ਅੱਜ ਲਈ ਤਿਆਰ ਕੀਤਾ, ਕਿ ਅਸੀਂ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਿਆ ਹੈ। ਇਹਨਾਂ ਸਵਾਲਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਅੱਜ ਹਰਿੰਦਰ ਸਿੰਘ ਨੇ ਸਿੱਖ ਰਿਸਰਚ ਇੰਸਟੀਚਿਊਟ ਤੋਂ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਤੁਸੀਂ ਅੱਜ ਅਮਰੀਕਾ ਤੋਂ ਆਏ ਹੋਏ ਹੋ, ਪੰਜਾਬ ਨੂੰ ਨੇੜਿਓਂ ਦੇਖ ਰਹੇ ਹੋ, ਕਿਸ ਤਰ੍ਹਾਂ ਦਾ ਤਜਰਬਾ ਰਿਹਾ ਇਸ 15 ਦਿਨਾਂ ਵਿੱਚ? ਤੁਹਾਨੂੰ ਕੀ ਮਹਿਸੂਸ ਹੋਇਆ ਇਸ ਸਾਲ ਪੰਜਾਬ ਨੂੰ ਦੇਖ ਕੇ? ਇੱਕ ਗੱਲ ਤਾਂ ਆਈ ਥਿੰਕ ਸਾਰੇ ਸਹਿਮਤ ਹੋਣਗੇ ਕਿ ਇੱਕ ਹਾਇਰ ਲੈਵਲ ਆਫ ਪੋਲੀਟੀਕਲ ਕੌਨਸ਼ੀਅਸਨੈਸ ਤਾਂ ਹੈ, ਕਿਸੇ ਨਾ ਕਿਸੇ ਲੈਵਲ ਦੀ ਉਹ ਜਾਗੀ ਹੋਈ ਹੈ ਪੋਸਟ ਫਾਰਮਰਸ ਪ੍ਰੋਟੈਸਟ ਕਰਕੇ। ਬਟ ਉਹਨੂੰ ਲੈਵਰੇਜ ਕਿਵੇਂ ਕਰਨਾ, ਜਿਵੇਂ ਅਸੀਂ ਕਹਿੰਦੇ ਕਿ ਕਿੱਧਰ ਵੱਲ ਲੈ ਕੇ ਜਾਣਾ, ਇਹਦੇ ਬਾਰੇ ਬੜੀਆਂ ਦਿਸ਼ਾਵਾਂ ਨਵੇਂ ਦੇਖਣ ਨੂੰ ਮਿਲ ਰਹੀਆਂ, ਬਲਕਿ ਜਿਹੜੇ ਨਵੇਂ ਇਨਸੀਡੈਂਟਸ ਵੀ ਹੋ ਰਹੇ ਨੇ ਉਹਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਬਟ ਆਈ ਡੋਂਟ ਥਿੰਕ ਐਨੀਵਨ ਕੈਨ ਟੇਕ ਦਿਸ ਅਵੇ ਕਿ ਯੂਥ ਦੀ ਇੱਕ ਚਾਹਤ ਹੈਗੀ, ਭਾਵੇਂ ਉਹ ਡਾਇਸਪੋਰਾ 'ਚ ਰਹਿੰਦਾ, ਭਾਵੇਂ ਪੰਜਾਬ 'ਚ ਹੈਗਾ, ਕਿ ਸਮਥਿੰਗ ਸਮਹਾਉ ਇਜ਼ ਨਾਟ ਰਾਈਟ ਐਂਡ ਵੀ ਵਾਂਟ ਟੂ ਡੂ ਸਮਥਿੰਗ ਟੂ ਮੇਕ ਇਟ ਰਾਈਟ। ਉਹਦੇ ਵਿੱਚੋਂ ਨਾ ਫਿਰ ਰਿਸਪੌਂਸਿਸ ਆ ਰਹੇ ਨੇ, ਤੇ ਜਦ ਰਿਸਪੌਂਸਿਸ ਐਜ਼ ਯੂ ਸੈਡ ਓਪਨਿੰਗ 'ਚ ਕਿ ਜੇ ਇੰਨੇ ਪ੍ਰੀਪੇਅਰਡ ਨਾ ਹੋਣ, ਸੋ ਕਈ ਚੰਗੇ ਲੱਗਣਗੇ, ਕਈ ਨਹੀਂ ਲੱਗਣਗੇ, ਕਈ ਗਲਤੀਆਂ ਵੀ ਹੋਣਗੀਆਂ। ਬਟ ਆਈ ਲੁੱਕ ਇਟ ਐਜ਼ ਬੀਇੰਗ ਕਿ ਇੱਕ ਨਵੇਂ ਲੈਵਲ ਦੀ ਪੋਲੀਟੀਕਲ ਕੌਨਸ਼ੀਅਸਨੈਸ ਜਾਗੀ ਹੈ, ਉਹਦੇ ਵਿੱਚੋਂ ਰਿਸਪੌਂਸਿਸ ਆ ਰਹੇ ਨੇ। ਉਹ ਜਦ ਇੱਕ ਕਾਲ ਹੁੰਦੀ ਹੈ, ਇੱਕ ਚਾਹ ਹੁੰਦੀ ਹੈ, ਪਰ ਤਿਆਰ ਨਾ ਹੋ, ਫਿਰ ਗਲਤੀਆਂ ਜ਼ਿਆਦਾ ਹੁੰਦੀਆਂ। ਉਹ ਜੋ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਨੂੰ ਮੰਡੀਰ ਬੜੀ ਕਾਮਨਲੀ ਕਿਹਾ ਜਾਂਦਾ ਹੈ ਕਿ ਮੰਡੀਰ ਇੱਧਰ ਨੂੰ ਚੱਲ ਗਈ, ਸੋ ਉਹ ਕਿੱਥੇ ਮਾੜਾ ਵੀ ਲੱਗਦਾ ਹੈ, ਕਿਉਂਕਿ ਸਾਡੇ ਬੱਚੇ ਵੀ ਉਸ ਮੰਡੀਰ 'ਚ ਆਉਂਦੇ ਨੇ। ਦੇਖੋ, ਜਿਹਦੇ ਤਿਆਰੀ ਕਰਾਣੀ ਸੀ ਤਾਂ ਉਹਦੇ ਉੱਤੇ ਸਵਾਲ ਆ ਗਿਆ ਨਾ, ਇਸ ਲਈ ਕਿ ਆਪਾਂ ਸਕੂਲ 'ਚ ਜਾਈਏ ਤੇ ਕਹੀਏ ਕਿ ਸਟੂਡੈਂਟ ਮਾੜੇ ਨੇ। ਮੈਂ ਤਾਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ, ਨਾ ਕੋਈ ਚੰਗਾ ਐਡਮਿਨਿਸਟ੍ਰੇਟਰ ਐਕਸੈਪਟ ਕਹੂਗਾ, ਫਿਰ ਸਾਡੀ ਰਿਸਪੌਂਸਿਬਿਲਿਟੀ ਸੇ ਠੀਕ ਕਰੀਏ। ਸੋ ਇਹ ਇੱਕ ਇੰਟੈਲੈਕਚੁਅਲ ਲੈਵਲ ਤੇ ਜੇ ਅਸੀਂ ਗੱਲ ਕਰੀਏ ਕਿ ਪੰਜਾਬ ਦਾ ਜਿਹੜਾ ਸਪੈਸ਼ਲੀ ਪੋਸਟ 84 ਬੜਾ ਪਿੱਛੇ ਜਾਣ ਦੀ ਲੋੜ ਨਹੀਂ, ਈਵਨ 90s ਤੇ ਬਾਅਦ ਵੀ ਲੈ ਲਈਏ, ਕਿ ਜਦ ਤੁਸੀਂ ਇਸ ਕਿਸਮ ਦੇ ਇੱਕ ਟਰੋਮੈਟਿਕ ਐਕਸਪੀਰੀਅੰਸ ਚੋਂ ਨਿਕਲ ਰਹੇ ਹੋ, ਜਿੱਥੇ ਨਾ ਰੈਕਨਸੀਲੀਏਸ਼ਨ ਹੋਈ ਹੈ, ਨਾ ਜੇ ਸਟੇਟ ਤੇ ਸਿੱਖ ਜਾਂ ਹੋਰ ਰਿਲੇਸ਼ਨਸ਼ਿਪਸ ਨੂੰ ਕਲੀਅਰ ਕੀਤਾ ਗਿਆ, ਉਹ ਇੰਟੈਲੈਕਚੁਅਲਸ ਨੇ ਫਿਰ ਕੀ ਕਰਨਾ ਚਾਹੀਦਾ ਸੀ? ਉਹਨਾਂ ਨੂੰ ਚਾਹੀਦਾ ਸੀ ਕਿ ਅਸੀਂ ਕੁਛ ਇਹਦੇ ਬਾਰੇ ਯੋਜਨਾਵਾਂ ਬਣਾਉਣ, ਕੁਛ ਆਪਸ਼ਨ ਦੇਣ। ਸੋ ਅਸੀਂ ਉਹ ਟ੍ਰੇਨਿੰਗ ਤਾਂ ਹੈ ਹੀ ਨਹੀਂ ਨਾ, ਕਿਸੇ ਦੀ ਵੀ ਹੈ ਨਹੀਂ, ਇਕੱਲੇ ਯੂਥ ਨਾ ਕਹੋ। ਜਦ ਮੈਨੂੰ ਇਕੱਲੇ ਯੂਥ ਬਾਰੇ ਕੋਈ ਕਹਿੰਦਾ ਨਾ, ਬਾਹਰ ਵੀ ਆ ਇੱਥੇ ਵੀ, ਮੈਂ ਕਹਿੰਦਾ ਦੇਖੋ, ਇਹਨਾਂ ਨੇ ਹੀ ਕਰਨਾ ਜੋ ਕਰਨਾ, ਇਹਨਾਂ ਨੂੰ ਪਤਾ ਸਾਈਕੀ ਦੇ ਲੈਵਲ ਤੇ ਅਸੀਂ ਕੌਣ ਆ। ਬਟ ਜੇ ਤੁਸੀਂ ਪ੍ਰੈਪਰੇਸ਼ਨ ਨਹੀਂ ਦਿੱਤੀ, ਸੋ ਫਿਰ ਐਕਸਪੈਕਟ ਕਿ ਰਿਜ਼ਲਟਸ ਇੰਨੀ ਛੇਤੀ ਨਹੀਂ ਆਉਣਗੇ। ਫਿਰ ਇਹ ਐਕਸਪੈਕਟ ਕਰੋ ਕਿ ਇਹਨੂੰ ਨਿਖਾਰਨਾ ਕਿਵੇਂ ਆ, ਕਿਸ ਤਰ੍ਹਾਂ ਦੀ ਟ੍ਰੇਨਿੰਗਸ ਦੇਣ ਦੀ ਲੋੜ ਆ, ਕਿਸ ਤਰ੍ਹਾਂ ਦੀ ਕਨਵਰਸੇਸ਼ਨਸ ਕਰਨ ਦੀ ਲੋੜ ਆ। ਅਦਰਵਾਈਜ਼ ਜਦ ਐਂਗਰੀ ਇਹਦੇ ਪ੍ਰੋਫੈਸਰ ਪੂਰਨ ਸਿੰਘ ਹੁੰਦੇ ਸੀ, ਪੰਜਾਬ ਦੇ ਬੜੇ ਜ਼ਬਰਦਸਤ ਰਾਈਟਰ ਰਹੇ ਨੇ, ਉਹਨਾਂ ਨੇ ਐਕਚੁਅਲੀ ਲਿਖਿਆ ਹੋਇਆ ਇਸ ਐਟੀਟਿਊਡ ਬਾਰੇ, ਕਹਿੰਦੇ ਟੈ ਨਾ ਮੰਨਣ ਕਿਸੇ ਦੀ। ਉਹ ਐਟੀਟਿਊਡ ਤਾਂ ਅਸੀਂ ਪੁਰਾਣਾ ਵੀ ਰੱਖਿਆ ਹੋਇਆ, ਪਰ ਪਿਆਰ ਨਾਲ ਇਹਨਾਂ ਦੀ ਜਾਨ ਵੀ ਲੈ ਲਓ। ਹੁਣ ਉਹ ਜਿਹੜਾ ਐਲੀਮੈਂਟ ਹੈ ਨਾ, ਇਫ ਆਈ ਕੈਨ ਬ੍ਰਿੰਗ ਆਊਟ, ਇਹ ਪਿਆਰ ਵਾਲਾ ਐਲੀਮੈਂਟ ਬੜਾ ਖਤਮ ਹੋ ਗਿਆ, ਇਹ ਵਲਗਰ ਬਣ ਗਿਆ। ਹੁਣ ਰਿਸਪੌਂਸਿਸ ਵਲਗੈਰਿਟੀ 'ਚੋਂ ਆਉਂਦੇ ਨੇ, ਉਹ ਤਾਂ ਹੋਰ ਨੈਗੇਟਿਵ ਹੁੰਦੇ ਨੇ। ਸੋ ਸਮਹਾਉ ਵੀ ਨੀਡ ਟੂ ਗੋ ਬੈਕ ਟੂ ਕਿਹੜਾ ਪਿਆਰ ਤੁਹਾਨੂੰ ਚੌੜਾ ਕਰਦਾ, ਜਿਹੜਾ ਤੁਹਾਡੇ ਰਿਸਪੌਂਸ ਨੂੰ ਥੋੜਾ ਸਟਲ ਕਰਦਾ, ਥੋੜਾ ਤੁਹਾਨੂੰ ਚੁੱਪ ਵੀ ਕਰਦਾ, ਉਹ ਦੁਬਾਰਾ ਕਿਵੇਂ ਆਵੇ? ਅਸੀਂ ਗੱਲ ਤੇ ਕਹਿੰਦੇ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ, ਰਾਈਟ? ਸਿੱਖੀ ਹੋਮਲੈਂਡ ਹੈ ਸਾਡਾ। ਪਰ ਜੇ ਅਸੀਂ ਗੱਲ ਕਰੀਏ, ਜੇ ਅਸੀਂ ਕਿੱਥੇ ਪਿੰਡ ਤੋਂ ਜਾਈਏ, ਸ਼ਹਿਰ ਜਾਈਏ, ਇੱਕ ਚੀਜ਼ ਮੈਂ ਹਾਲ ਵਿੱਚ ਇੱਕ ਪਿੰਡ ਵਿੱਚ ਗਈ ਜਿੱਥੇ 8 ਮੜੀਆਂ ਸੀ, 4 ਗੁਰਦੁਆਰੇ ਸੀਗੇ। ਜਦ ਬੈਠੀ ਸੱਥ ਵਿੱਚ ਤਾਂ ਫਿਰ ਇਹ ਨਿਕਲ ਕੇ ਆਇਆ ਕਿ ਵੀ ਜਿਹੜਾ ਛੋਟੀ ਜਾਤ ਜਿਹਨੂੰ ਕਿਹਾ ਜਾਂਦਾ, ਉਹਨਾਂ ਦਾ ਗੁਰਦੁਆਰਾ ਸੀ, ਉਹਦੇ ਬਾਅਦ ਸਰਪੰਚ ਨੇ ਸੜਕ ਨਹੀਂ, ਸਰਪੰਚ ਸੀਗਾ ਉੱਚੀ ਜਾਤੀ ਦਾ। ਸੋ ਜਦ ਇਹੋ ਜਿਹੀਆਂ ਗੱਲਾਂ ਅਸੀਂ ਵੇਖਣ ਨੂੰ ਮਿਲਦੇ ਆ, ਜਾਂ ਇੱਕ ਸਰਪੰਚ ਨਾਲ ਪੂਰੀ ਗੱਲਬਾਤ ਹੋਈ, ਫਿਰ ਅੱਜ ਪਤਾ ਚੱਲਿਆ ਉਹ ਸਰਪੰਚ ਹੀ ਨਹੀਂ ਸੀ, ਉਹਦੀ ਮਾਂ ਸਰਪੰਚ ਸੀ। ਜਿਸ ਦਿਨ ਮਾਂ ਚੁਣੀ ਗਈ, ਉਹਨੇ ਆਪਣੀ ਨੌਕਰੀ ਛੱਡਤੀ, ਚੰਗੀ ਭਲੀ ਕਰਦੀ ਨੌਕਰੀ ਛੱਡਤੀ ਕਿ ਨਹੀਂ ਮੈਂ ਸਰਪੰਚੀ ਕਰਾਂਗਾ। ਮਾਂ ਕਿੱਦਾਂ ਕਰ ਸਕਦੀ ਹੈ? ਸੋ ਇੱਥੇ ਮੈਨੂੰ ਵਾਰ-ਵਾਰ ਇਹੋ ਖਿਆਲ ਆਉਂਦਾ ਹੈ ਕਿ ਜਦ ਅਸੀਂ ਸਿੱਖੀ, ਜਿਵੇਂ ਅਸੀਂ ਕਹਿੰਦੇ ਹਾਂ, ਇੱਕ ਜ਼ਿੰਦਗੀ ਦਾ ਜੀਣ ਦਾ ਇੱਕ ਰਸਤਾ, ਇੱਕ ਫਲਸਫਾ ਹੈ, ਉਹਦਾ ਊੜਾ ਐੜਾ ਕਿੱਥੋਂ ਸ਼ੁਰੂ ਹੁੰਦਾ ਹੈ? ਜਦ ਅਸੀਂ ਇਹ ਜੋ ਬੇਸਿਕ ਚੀਜ਼ਾਂ ਨੇ ਕਿ ਅਸੀਂ ਜਾਤ ਪਾਤ ਨਹੀਂ ਮੰਨਣੀ, ਔਰਤਾਂ ਨੂੰ ਬਰਾਬਰੀ ਦੇਣੀ ਹੈਗੀ, ਉਹ ਸਾਡਾ ਊੜਾ ਐੜਾ ਹੈ ਕਿ ਸਾਡੀ ਸਿਰਫ ਦਿੱਖ ਸਾਡਾ
ਜੋ ਇਹ ਮੇਰੇ ਖਿਆਲ ਅਖੀਰ ਵਿੱਚ ਆਉਣਾ ਚਾਹੀਦਾ ਹੈਗਾ? ਇਹ ਇੱਕ ਡਿਬੇਟ ਆਮ ਚੱਲਦੀ ਹੈਗੀ ਕਿ ਸਾਡੇ ਸਿਰਫ ਸਿੱਖਾਂ ਦੀ ਨਹੀਂ ਹੈਗੀ ਕਿ ਜਦ ਕਿਸੇ ਵੀ ਰਿਲੀਜਨਸ ਦੀ ਗੱਲ ਆਉਂਦੀ ਹੈ ਕਿ ਕੈਰੈਕਟਰ ਕਿੱਥੇ ਖੜਾ। ਸੋ ਸਾਡਾ ਕੈਰੈਕਟਰ ਡਿਵੈਲਪਮੈਂਟ ਸੀਗਾ। ਕੈਰੈਕਟਰ ਡਿਵੈਲਪਮੈਂਟ ਤਾਂ ਤੁਹਾਡਾ ਬਾਣੀ ਤੋਂ, ਸ਼ਬਦ ਤੋਂ ਜਾਂ ਨੌਲੇਜ ਤੋਂ ਹੀ ਹੁੰਦਾ ਨਾ। ਜੇ ਅਸੀਂ ਇਹਨੂੰ ਸਿੱਖ ਵੋਕੈਬਲਰੀ ਯੂਜ਼ ਕਰਾਂਗੇ ਫਿਰ ਸ਼ਬਦ ਤੇ ਨਾਮ ਹੁੰਦੀ ਹੈ। ਜੇ ਅਸੀਂ ਉਹਨੂੰ ਗਲੋਬਲਾਈਜ਼ ਕਰਦੇ ਹਾਂ ਕਿ ਤੁਹਾਡਾ ਗਿਆਨ ਤੁਹਾਨੂੰ ਕਿਹੜਾ ਤੁਹਾਡਾ ਬਿਹੇਵੀਅਰ ਚੇਂਜ ਕਰਾ ਰਿਹਾ, ਉਸ ਬਿਹੇਵੀਅਰ ਚੇਂਜ ਤੋਂ ਤੁਸੀਂ ਸੋਸਾਇਟੀ ਦੀਆਂ ਕਿਹੜੀਆਂ ਪ੍ਰੋਬਲਮ ਸੋਲਵ ਕਰ ਰਹੇ ਹੋ। ਸਾਡੇ ਸਾਹਮਣੇ ਇਹਦੇ ਵਿੱਚ ਵੀ ਖੜੌਤ ਆ ਗਈ ਹੈ, ਇਹਦੇ ਬਾਰੇ ਕੋਈ ਸ਼ੱਕ ਨਹੀਂ। ਸਾਡਾ ਜਿਹੜਾ ਊੜਾ ਐੜਾ ਨੂੰ ਨਾ ਅਸੀਂ ਥੋੜਾ ਜਿਹਾ ਅੱਜ ਕੱਲ੍ਹ ਕੁਛ ਇਮੋਸ਼ਨਲ ਕਰਤਾ। ਊੜਾ ਤੇ ਜੁੜੇ ਦੇ ਸਫ਼ਰ ਦੀਆਂ ਗੱਲਾਂ ਬੜੀਆਂ ਹੁੰਦੀਆਂ, ਪਰ ਜਦ ਗੁਰੂ ਨਾਨਕ ਪਾਤਸ਼ਾਹ ਨੇ ਵਰਤਿਆ ਉਹ ਕੀ ਕਹਿ ਰਹੇ ਨੇ, ਦੇਖੋ ਇਹ ਸਾਨੂੰ ਸਮਝਣਾ ਪੈਣਾ ਕਿ ਲੈਂਗੁਏਜ ਜਿਹੜੀ ਹੁੰਦੀ ਆ ਨਾ, ਭਾਸ਼ਾ, ਇਹ ਲੋਕਾਂ ਦੀ ਆਪਣੀ ਬੋਲੀ ਹੁੰਦੀ ਆ। ਪਰ ਜਦ ਕੋਈ ਲਿਪੀ ਆਉਂਦੀ ਆ, ਜਦ ਸਕ੍ਰਿਪਟ ਕੋਈ ਆਉਂਦਾ, ਉਹ ਇੱਕ ਨਵੀਂ ਪੋਲੀਟੀਕਲ ਯੂਨਿਟ ਕਾਇਮ ਹੋ ਰਹੀ ਹੁੰਦੀ ਆ। ਸੋ ਜਿਹੜੀਆਂ ਲੋਕਾਂ ਦੀ ਭਾਸ਼ਾਵਾਂ ਸੀਗੀਆਂ ਉਹਦੇ ਬਾਰੇ ਉਸ ਭਾਸ਼ਾਵਾਂ ਦੇ ਵਿੱਚ ਉਹਨਾਂ ਨੂੰ ਸਿਖਾਉਣ ਦਾ ਜ਼ਰੀਆ ਬਣਾਉਣਾ ਸੀ, ਕਿਉਂਕਿ ਐਜੂਕੇਸ਼ਨ ਤੇ ਮੋਨੋਪੋਲੀ ਸੀਗੀ। ਉਸ ਦੇ ਵਿੱਚ ਇਹ ਗੁਰਮੁਖੀ ਅੱਖਰ ਦਿੱਤੇ ਗਏ ਸੀ ਜਿਹੜੇ ਗੁਰੂ ਅੰਗਦ ਸਾਹਿਬ ਨੇ ਅਸੀਂ ਕਹਿੰਦੇ ਆ ਲਿਪੀਬੱਧ ਕਰਦੇ ਸੀਗੇ। ਉਹਦਾ ਪਰਪਸ ਕੀ ਸੀ ਕਿ ਸਾਨੂੰ ਇਹ ਅੱਖਰ ਸਿੱਖ ਕੇ ਕੁਝ ਗਿਆਨ ਮਿਲੇ, ਗਿਆਨ ਦੇ ਨਾਲ ਸਾਡਾ ਬਿਹੇਵੀਅਰ ਚੇਂਜ ਹੋਵੇ, ਬਿਹੇਵੀਅਰ ਦੇ ਨਾਲ ਜਿਹੜੀਆਂ ਕਮਿਊਨਿਟੀ ਦੀਆਂ ਪ੍ਰੋਬਲਮਸ ਨੇ ਉਹ ਸੋਲਵ ਹੋਣ। ਉਹ ਹੋਇਆ। ਤੁਹਾਡੇ ਤੇ ਮੇਰੇ ਪੇਰੈਂਟਸ ਦੇਖੋ ਜਿਹੜੇ ਮੋਸਟਲੀ ਸਿੱਖ ਬਣੇ ਨੇ, ਸਾਡੇ ਫੋਰ ਫਾਦਰਸ, ਵੱਡੇ ਬਜ਼ੁਰਗ, ਮੈਂ ਫੋਰ ਮਦਰਸ ਵੀ ਨਾਲ ਜਾਣ ਕੇ ਕਹਿੰਦਾ ਕਿ ਅਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ, ਉਹ 7 ਤੋਂ 9 ਜਨਰੇਸ਼ਨ ਪਹਿਲਾਂ ਬਣੇ ਨੇ ਮੋਸਟਲੀ। ਕਿਉਂ ਬਣੇ? ਉਸ ਵੇਲੇ ਤਾਂ ਧਰਮ ਬੰਦਨ ਨਾਲ ਸਜ਼ਾਏ ਮੌਤ ਮਿਲ ਜਾਂਦੀ ਸੀ, ਬਟ ਕਿਉਂਕਿ ਉਹਨਾਂ ਨੂੰ ਇੰਨਾ ਫ੍ਰੀ ਕਰ ਰਿਹਾ ਸੀ। ਐਕਚੁਅਲ ਆਜ਼ਾਦੀ ਦੇ ਨਾਰੇ ਨਹੀਂ ਸੀ, ਦੇ ਫੈਲਟ ਆਜ਼ਾਦ। ਉਹ ਸੀ ਐਮਪਾਵਰਮੈਂਟ। ਹੁਣ ਸਾਡਾ ਕੀ ਹੋ ਗਿਆ ਕਿ ਨਾਰੇ ਜ਼ਿਆਦਾ ਨੇ, ਜਾਂ ਤੁਸੀਂ ਕਹਿ ਲਓ ਗੁਰਮੁਖੀ ਦਾ ਇੱਕ ਰਿਲੀਜੀਅਸ ਐਂਗਲ ਵੀ ਬਹੁਤ ਜ਼ਿਆਦਾ ਆ ਗਿਆ। ਰਿਲੀਜੀਅਸ ਐਂਗਲ ਤਾਂ ਇੰਟਰਨਲੀ ਆਉਂਦਾ, ਸਪਿਰਿਚੁਅਲ ਐਂਗਲ ਇੰਟਰਨਲੀ ਆਉਂਦਾ, ਉਹਦੀ ਮੈਨੀਫੈਸਟੇਸ਼ਨ ਬਾਹਰ ਆਉਂਦੀ ਹੈ। ਸੋ ਅੱਜ ਕੱਲ੍ਹ ਸਾਨੂੰ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਸੋ ਯੂ ਰਾਈਟ, ਜਿਵੇਂ ਸਾਡੀ ਅਪਬ੍ਰਿੰਗਿੰਗ ਹੈਗੀ ਹੈ, ਜਦੋਂ ਮੈਨੂੰ ਜ਼ਿੰਦਗੀ ਦੇ ਮਤਲਬ ਜਦੋਂ ਰੀਅਲਿਜ਼ਮ ਸਮਝ ਨਹੀਂ ਆਇਆ, ਹਕੀਕਤਾਂ ਜਦ ਸਮਝ ਆਈਆਂ ਤਾਂ ਪਤਾ ਚੱਲਿਆ ਕਿ ਮੈਂ ਐਜ਼ ਅ ਲੜਕੀ ਮੇਰੇ 'ਚ ਕੋਈ ਕਮੀ ਹੈ। ਕਿਉਂਕਿ ਬਚਪਨ ਦੱਸਿਆ ਹੀ ਨਹੀਂ ਕਿ ਵੀ ਉਹ ਤੁਸੀਂ ਸੈਕੰਡ ਰੇਟ ਸਿਟੀਜ਼ਨ ਹੋਣਾ ਹੈਗਾ, ਤੁਸੀਂ ਉੱਦਾਂ ਰਹਿਣਾ, ਤੁਸੀਂ ਚੁੱਪ ਰਹਿਣਾ ਹੈ, ਤੁਸੀਂ ਆਪਣੇ ਆਈਡੀਆਜ਼ ਨਹੀਂ ਦੇਣੇ, ਤੁਸੀਂ ਗੱਲ ਨਹੀਂ ਕਰਨੀ, ਜਾਂ ਤੁਸੀਂ ਡਰ ਕੇ ਸਹਿਮ ਕੇ ਰਹਿਣਾ ਹੈਗਾ। ਸੋ ਉਹ ਚੀਜ਼ਾਂ ਸਾਡੀ ਅਪਬ੍ਰਿੰਗਿੰਗ ਵਿੱਚ ਨਹੀਂ ਨੇ। ਸੋ ਅਪਬ੍ਰਿੰਗਿੰਗ ਵਿੱਚ ਨਹੀਂ ਸੀ, ਬਟ ਕਿਤੇ ਨਾ ਕਿਤੇ ਆ ਗਈਆਂ, ਸਮਾਜ ਵਿੱਚ ਆ ਗਈਆਂ। ਸੋ ਹੁਣ ਲਾਈਕ ਯੂ ਆਰ ਕਨਫਰੰਟਿੰਗ ਇਟ, ਯੂ ਆਰ ਡੀਲਿੰਗ ਵਿਦ ਇਟ ਆਲ ਦ ਟਾਈਮ। ਕਿਸ ਤਰ੍ਹਾਂ ਦੀ ਵਲਗੈਰਿਟੀ ਨਾਲ ਵੀ ਡੀਲ ਕਰ ਰਹੇ ਹੋ। ਦੇਖੋ ਨਿਮਰਤ, ਮੈਂ ਤੇਰੇ ਨਾਲ ਕਾਫੀ ਡਿਸਐਗਰੀ ਕਰ ਸਕਦਾ ਆਈਡੀਓਲੋਜੀਕਲੀ, ਬਟ ਸਿੱਖਾਂ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਲਈ ਜਿਹੜਾ ਵੈਲਿਊ ਸਿਸਟਮ ਦਿੱਤਾ ਸੀ ਨਾ, ਉਹਨੇ ਇਹ ਦੱਸਿਆ ਸੀਗਾ ਕਿ ਕੋਈ ਗੱਲ ਹੀ ਨਹੀਂ, ਬੋਲ ਕੇ ਨਹੀਂ ਲੜਾਈ ਕਰਦੀ। ਅਸੀਂ ਤਾਂ ਜੇ ਡਿਸਐਗਰੀ ਵੀ ਕਰਦੇ, ਯੂ ਲਿਵ ਦ ਵੇ ਯੂ ਵਾਂਟ ਟੂ ਲਿਵ, ਆਈ ਲਿਵ ਦ ਵੇ ਆਈ ਵਾਂਟ ਟੂ ਲਿਵ, ਬਟ ਉਹ ਅਸੀਂ ਛੱਡਤਾ। ਜਿਹੜੀ ਤੁਸੀਂ ਫਿਜ਼ੀਕਲ ਰੂਪ ਦੇ ਵਿੱਚ ਗੱਲ ਕਰ ਰਹੇ ਸੀ ਕਿ ਜਿਹੜੇ ਜ਼ਿਆਦਾ ਆ ਗਏ ਨੇ ਤੇ ਉਹਨਾਂ ਵਿੱਚ ਵੈਲਿਊ ਸਿਸਟਮ ਨਹੀਂ ਆ ਰਿਹਾ, ਉਹ ਇਹ ਲੜਾਈ ਆ। ਇਹ ਪਹਿਲਾਂ ਵੀ ਸੀ। ਗੁਰੂ ਨਾਨਕ ਸਾਹਿਬ ਨੇ ਜਿੰਨੇ ਸ਼ਬਦ ਲਿਖੇ ਨੇ ਕਿ ਭੇਖ ਬਣਾਉਣ ਨਾਲ ਕੋਈ ਨਹੀਂ ਹੁੰਦਾ, ਬਟ ਉਹਨਾਂ ਨੇ ਇਹ ਨਹੀਂ ਕਿਹਾ ਕਿ ਭੇਖ ਮਾੜਾ, ਕਹਿੰਦੇ ਭੇਖੀ ਹੋਣਾ ਮਾੜਾ। ਭੇਖੀ ਹੋਣਾ ਮਾਣ ਦਾ ਕੀ ਮਤਲਬ ਆ ਕਿ ਜਿਹੜੀ ਚੀਜ਼ ਨੂੰ ਤੁਸੀਂ ਐਕਸਟਰਨਲੀ ਮੈਨੀਫੈਸਟ ਕਰ ਰਹੇ ਹੋ, ਐਵੀਡੈਂਟ ਰੂਪ ਵਿੱਚ, ਸਾਕਸ਼ਾਤ ਰੂਪ ਵਿੱਚ ਦਿਖਾ ਰਹੇ ਹੋ, ਉਹਦੇ ਪਿੱਛੇ ਜਿਹੜਾ ਵੈਲਿਊ ਸਿਸਟਮ ਉਹ ਜੀਓ ਵੀ। ਸੋ ਉਹ ਸਾਰੇ ਧਰਮਾਂ 'ਚ ਹੀ ਚੱਲ ਰਿਹਾ। ਇਟਸ ਅ ਗਲੋਬਲ ਫਿਨੋਮੀਨਾ ਰਾਈਟ ਨਾਓ ਕਿ ਐਕਸਟਰਨਲ। ਜੇ ਇੱਥੇ ਦੀ ਗੱਲ ਕਰੀਏ, ਬਿਕੋਜ਼ ਅਸੀਂ ਪੰਜਾਬ ਅੱਜ ਜਿਹੜੇ ਇੱਕ ਪੜਾਅ 'ਤੇ ਘਬਰਾਹਟ ਬਹੁਤ, ਜਿਹੜੇ ਨਾਲ ਇੱਥੇ ਰਹਿਣਾ ਉਹਨਾਂ ਲਈ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਹੈਗੀ। ਸੋ ਜਦ ਅਸੀਂ ਗੱਲ ਕਰਦੇ ਹਾਂ ਆਪਣੇ ਬੱਚਿਆਂ ਨੂੰ ਪਰਵਰਿਸ਼ ਦੇਣ ਦੀ, ਉਹਨਾਂ ਨੂੰ ਕਿੱਦਾਂ ਜੋੜੀਏ। ਹੁਣ ਤੁਸੀਂ ਦਸਵੰਤਾਂ ਤਾਂ ਤੁਸੀਂ ਆਦਤ ਹੈ, ਸੋਚ ਹੈ, ਪਰ ਉਹਨੂੰ ਤੁਸੀਂ ਮੈਜਰ ਤੇ ਨਹੀਂ ਕਰ ਸਕਦੇ। ਅਸੀਂ ਕਹਿੰਦੇ ਹਾਂ ਅਸੀਂ ਸੋਨਾ ਚੜਾਤਾ, ਪਰ ਕੀ ਸਾਡੀ ਕੁਰਬਾਨੀ ਉਹਨੂੰ ਦਸਵੰਤ ਮੰਨਦੀ ਹੈ ਕਿ ਜਾਂ ਤੁਸੀਂ ਜਾ ਕੇ ਕਿਸੇ ਗਰੀਬ ਨੂੰ ਦਿੱਤਾ, ਜਾਂ ਕਿਸੇ ਦੀ ਕੋਈ ਸਮਾਜ ਵਿੱਚ ਕੋਈ ਉਹਦਾ ਕੰਮ ਆਇਆ, ਫਾਇਦਾ ਆਇਆ, ਸੇਵਾ ਕੀਤੀ ਕਿਸੇ ਦੀ। ਅੱਜ ਅਸੀਂ ਤੁਹਾਨੂੰ ਕੋਈ ਕਿਸੇ, ਮੈਂ ਥੋੜਾ ਵਿਦੇਸ਼ਾਂ ਵਾਲਿਆਂ ਨਾਲ ਥੋੜਾ ਨਾਰਾਜ਼ ਰਹਿੰਦੀ ਹਾਂ, ਬਟ ਕੋਈ ਗੱਲ ਨਹੀਂ, ਪਰ ਇੰਨਾ ਸੌਖਾ ਹੈ। ਤੁਸੀਂ ਦੂਰੋਂ ਬੈਠੇ ਪਾਠ ਖਰੀਦ ਲਿਆ ਜਾਂ ਤੁਸੀਂ ਸੋਨਾ ਭੇਜਦਾ। ਇੱਕ ਤੁਸੀਂ ਵੀ ਉਹ ਡਾਇਰੈਕਟਰੀ ਹੈਗੀ ਹੈ ਜਿਹਦੇ ਵਿੱਚ ਦਿੱਤਾ ਹੋਇਆ ਹੈ ਕਿ ਕਿਹੜੀਆਂ ਪੰਜਾਬ ਦੀਆਂ ਛੋਟੇ ਕਿਸਾਨ ਜਿਨ੍ਹਾਂ ਦੀ ਵਿਧਵਾ ਪਈ ਹੈ, ਕਿਸਾਨ 2-2 ਲੱਖ ਲਈ ਖੁਦਕੁਸ਼ੀ ਕਰਦੇ, ਅਸੀਂ ਉੱਥੇ ਨਹੀਂ ਦੇ ਸਕਦੇ। ਸੋ ਇਹ ਜਿਹੜੀ ਇਹੀ ਡੀਜਨਰੇਸ਼ਨ, ਇਹ ਫਰਕ ਕਿੱਦਾਂ ਬਦਲੇਗਾ, ਕਿੱਦਾਂ ਕਿਵੇਂ ਬਦਲਿਆ ਗੁਰੂ ਸਾਹਿਬ ਨੇ? ਕਿਉਂਕਿ ਸਾਡਾ ਮਾਡਲਿੰਗ ਉੱਥੋਂ ਸ਼ੁਰੂ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਜਦ ਅਸੀਂ ਗੱਲ ਕਰਦੇ ਹਾਂ ਨਾ, ਫਾਇਦਾ ਵੇ, ਇਹਦਾ ਮਤਲਬ ਇਕੱਲੇ ਸਿੱਖਾਂ ਦੀ ਗੱਲ ਨਹੀਂ ਆ। ਗੁਰੂ ਨਾਨਕ ਸਾਹਿਬ ਨੂੰ ਪੰਜਾਬ ਦੇ ਤੇ ਸਾਊਥ ਏਸ਼ੀਆ ਦੇ ਸਿੱਖਾਂ ਨੇ, ਹਿੰਦੂਆਂ ਨੇ, ਮੁਸਲਮਾਨਾਂ ਨੇ, ਟਰਾਈਬਲਸ ਨੇ, ਸਾਰਿਆਂ ਨੇ ਰੱਜ ਕੇ ਪਿਆਰ ਕੀਤਾ, ਰਾਈਟ। ਸੋ ਉਹ ਮਾਡਲ ਕੀ ਸੀ? ਪਹਿਲਾਂ ਤਾਂ ਸੀਗਾ ਕਿ ਤੁਹਾਡੇ ਐਥਿਕਸ ਹੋਣੇ ਚਾਹੀਦੇ, ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਕਿ ਘਾਲ ਖਾਏ ਕੇ ਛੱਥੋਂ ਦੇ। ਯੂ ਐਕਚੁਅਲੀ ਹੈਵ ਟੂ ਅਰਨ, ਐਥਿਕਲੀ ਅਰਨ। ਉਹਦੇ ਵਿੱਚੋਂ ਤੁਸੀਂ ਕੁਝ ਦੇਣਾ, ਉਹਦੀ ਇੰਸਟੀਟਿਊਸ਼ਨਲਾਈਜੇਸ਼ਨ ਨੂੰ ਅਸੀਂ ਦਸਵੰਧ ਕਹਿੰਦੇ ਹਾਂ। ਸੋ ਲੋਕੀ ਕਰਦੇ ਸੀ। ਗੁਰੂ ਨਾਨਕ ਸਾਹਿਬ ਨੇ ਆਪਣੇ ਰਿਟਾਇਰਮੈਂਟ ਵਿੱਚ ਹਲ ਪਾਇਆ। ਸੋ ਵਟ ਡਜ਼ ਦੈਟ ਮੀਨ?
ਇਟ ਮੀਨਸ ਕਿ ਜਿਹੜੀ ਵੀ ਚੀਜ਼ ਤੁਸੀਂ ਰਿਲੀਜੀਅਸ ਲੈਵਲ ਤੇ ਇਸ ਵੇਲੇ ਡੋਨੇਸ਼ਨ ਦੇ ਰੂਪ ਵਿੱਚ ਕਰ ਰਹੇ ਹੋ, ਉਹ ਤਾਂ ਆਪਣੇ ਆਪ ਨੂੰ ਇੱਕ ਤੁਸੀਂ ਝੂਠਾ ਦਿਲਾਸਾ ਦੇ ਰਹੇ ਹੋ। ਕਿਤੇ ਨਾ ਕਿਤੇ ਵੀ ਨੋ ਕਿ ਦਿਸ ਮੀਨਸ ਨਥਿੰਗ, ਬਟ ਸਾਡੇ ਸਾਹਮਣੇ ਆ ਗਿਆ ਕਿ ਬਿਹੇਵੀਅਰ ਚੇਂਜ ਕਰਨਾ ਇੰਨਾ ਔਖਾ। ਆਪਣੇ ਵੈਲਿਊ ਸਿਸਟਮ ਨੂੰ, ਜਿਹੜਾ ਲਾਰਜਰ ਵੈਲਿਊ ਸਿਸਟਮ ਆ, ਉਹਦੇ ਕਨਫਰੰਟ ਕਰਾਉਣਾ ਉਹ ਔਖਾ ਲੱਗਦਾ ਸਾਨੂੰ। ਸੋ ਅਸੀਂ ਵੀ ਉਸ ਸਿਸਟਮ ਦੀ ਕੋਲੈਬੋਰੇਸ਼ਨ 'ਚ ਆ ਜਾਂਦੇ, ਜਿਹਨੂੰ ਅਸੀਂ ਕਹਿੰਦੇ ਹਾਂ, ਅਸੀਂ ਆਪ ਮਾੜੇ ਬਣਨੇ ਸ਼ੁਰੂ ਹੋ ਜਾਂਦੇ ਫਿਰ। ਸੋ ਉਹ ਤਾਂ ਇੱਕ ਝੂਠਾ ਦਿਲਾਸਾ। ਇਹ ਲੁੱਕ, ਰਿਲੀਜਨ ਜਿਹੜਾ ਹੈਗਾ ਨਾ ਅੱਜ ਵੀ, ਤੇ ਗੁਰੂ ਨਾਨਕ ਪਾਤਸ਼ਾਹ ਵੇਲੇ ਵੀ, ਉਹ ਲੋਕਾਂ ਨੂੰ ਪ੍ਰੇ ਕਰਦਾ ਸੀ। ਮੈਂ ਆਮ ਅੰਗਰੇਜ਼ੀ ਕਹਿੰਦਾ ਪ੍ਰੇ ਈ ਵਾਲਾ, ਮਤਲਬ ਹੰਟਿੰਗ ਚੱਲ ਰਹੀ ਹੈ। ਤੁਸੀਂ ਪੈਸੇ ਦਿਓ, ਆਪਣਾ ਗੈਰੰਟੀਡ ਸਪੌਟ ਇਨ ਹੈਵਨ ਲਓ, ਤਾਂ ਕਿਤੇ ਨਹੀਂ ਮਿਲਦਾ। ਸੋ ਦੀ ਆਈਡੀਆ ਇਜ਼ ਵਾਟ ਡਿਡ ਗੁਰੂ ਡੂ। ਸੋ ਜਦ ਅੱਖਰ ਇੰਟਰੋਡਿਊਸ ਹੋਏ, ਉਹਦਾ ਫਰਕ ਕੀ ਹੋ ਗਿਆ ਸੀਗਾ? ਫਰਕ ਇਹ ਹੋ ਗਿਆ ਕਿ ਇਨ ਦ 10 ਜਨਰੇਸ਼ਨਸ ਜਦ ਗੁਰੂ ਸਾਹਿਬ ਦੀ ਟ੍ਰੇਨਿੰਗ ਪੰਜਾਬ 'ਚ ਹੋਈ, ਲੋਕਾਂ ਦਾ ਵੈਲਿਊ ਸਿਸਟਮ ਬਦਲ ਗਿਆ। ਪਹਿਲਾਂ ਉਹ ਕਰਦੇ ਸੀ ਡਾਇਲੌਗ, ਗੁਰੂ ਨਾਨਕ ਸਾਹਿਬ ਦਾ ਐਂਗਲ ਹੀ ਲੈ ਲਓ, ਜਿੱਥੇ ਜਿੱਥੇ ਵੀ ਡਾਇਲੌਗ ਕਰਨ ਗਏ ਸਾਰੇ ਥੋੜੀ ਬਦਲੇ, ਬਟ ਹੀ ਰੀਅਲਾਈਜ਼ ਕਿ ਇੱਥੇ ਪਾਲਿਸੀਜ਼ ਨੇ। ਕਿੰਗਡਮ, ਹਰੇਕ ਕਿੰਗਡਮ ਦੀ ਆਪਣੀ ਪਾਲਿਸੀ ਹੈ, ਪਾਲਿਸੀਜ਼ ਦਾ ਕੋਈ ਚੇਂਜ ਨਹੀਂ ਕਰ ਰਿਹਾ। ਸੋ ਇਸ ਕਰਕੇ ਕਰਤਾਰਪੁਰ ਬਣਾਇਆ ਕਿ ਇੱਥੇ ਅਸੀਂ ਉਹ ਜੀਵਾਂਗੇ ਜੋ ਅਸੀਂ ਸਿੱਖ ਰਹੇ ਹਾਂ। ਇਸੇ ਤਰ੍ਹਾਂ ਹਰ ਸਿਟੀ ਸਟੇਟ ਸਾਡੇ ਬਣਨੇ ਸ਼ੁਰੂ ਹੋ ਗਏ, ਅਸੀਂ ਕਹਿ ਸਕਦੇ ਹਾਂ ਖਡੂਰ ਸਾਹਿਬ, ਗੋਇੰਦਵਾਲ, ਇਹ ਬਣਿਆ। ਬਟ ਇਵੈਂਚੁਅਲੀ ਵਿਦਿਨ ਗੁਰੂ ਪੀਰੀਅਡ ਹੀ ਉਹ ਕਰਪਟ ਹੋ ਗਏ। ਸੋ ਅਸੀਂ ਉਸ ਕਰਪਸ਼ਨ ਚੋਂ ਵੀ ਉਹ ਵੀ ਨਜਿੱਠਣਾ ਸਿਖਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਡਾਇਸਪੋਰਾ ਦਾ ਪਹਿਲਾ ਸੈਂਟਰ ਪਟਨੇ 'ਚ ਖੋਲ੍ਹਿਆ ਸੀ। ਪਟਨਾ ਇਜ਼ ਨਾਟ ਅ ਇੰਡਸ ਵੈਲੀ ਸਿਵਲਾਈਜੇਸ਼ਨ, ਪਟਨਾ ਗੈਂਜਸ ਵੈਲੀ ਸਿਵਲਾਈਜੇਸ਼ਨ ਆ। ਕਿ ਇੱਥੇ ਜਿਹੜੇ ਸਿੱਖ ਖੜੇ ਨੇ, ਜਿਹੜੇ ਮਸੰਦ ਨੇ, ਜਿਹੜੇ ਗੁਰੂ ਦੇ ਏਜੰਟ ਹੁੰਦੇ ਸੀ, ਹੁਣ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜਾ ਗੁਰੂ ਵਾਲੇ ਕੰਮ ਕਰ ਰਿਹਾ ਤੇ ਕਿਹੜਾ ਸਟੇਟ ਨਾਲ ਰਲ ਕੇ ਪੁੱਠੇ ਕੰਮ ਕਰ ਰਿਹਾ, ਜਿਹਨੂੰ ਅਸੀਂ ਅੱਜ ਕੱਲ੍ਹ ਪੁੱਠੇ ਕੰਮ ਕਹਿੰਦੇ ਆ। ਕਹਿੰਦੇ ਇੱਥੋਂ ਹੁਣ ਬਾਹਰ ਜਾਣਾ ਪੈਣਾ। ਐਂਡ ਵੀ ਸੇ ਦਿਸ ਅੱਜ ਕੱਲ੍ਹ ਮੈਨੇਜਮੈਂਟ ਸਟੱਡੀਜ਼ ਆਪਾਂ ਕਹਿੰਦੇ ਕਿ ਸਿਚੁਏਸ਼ਨ ਐਨਾਲਿਸਿਸ ਕਰੋ, ਸਟੈਪ ਬੈਕ ਐਂਡ ਸੀ ਤੇ ਬਾਹਰ ਜਾ ਕੇ ਕਰਨਾ। ਪਰ ਉਹਨਾਂ ਨੇ ਵੀ ਕੀਤਾ। ਸੋ ਵੀ ਹੈਵ ਟੂ ਰੀਅਲਾਈਜ਼ ਕਿ ਗੁਰੂ ਇਜ਼ ਸ਼ੋਇੰਗ ਟੂ ਅਸ ਕਿ ਤੁਸੀਂ ਐਸਕ ਦ ਰਾਈਟ ਕੁਐਸਚਨ। ਸਾਰੇ ਮਸੰਦ ਮਾੜੇ ਨਹੀਂ ਸੀ ਕਹਿੰਦੇ, ਬਟ ਇੰਨੇ ਮਾੜੇ ਹੋ ਗਏ ਨੇ ਹੁਣ ਪਤਾ ਨਹੀਂ ਲੱਗ ਰਿਹਾ ਕੌਣ ਠੀਕ ਹੈ ਤੇ ਕੌਣ ਨਹੀਂ। ਪਿੱਛੇ ਹਟ ਕੇ ਦੇਖੋ, ਪਿੱਛੇ ਹਟ ਕੇ ਜਾਂ ਉੱਪਰ ਹਟ ਕੇ? ਤੁਸੀਂ ਪਿੱਛੇ ਵੀ ਹਟਿਓ, ਅਮਰੀਕਾ ਹਟਿਓ, ਕੀ ਦੇਖਿਆ? ਨਹੀਂ, ਇਹ ਅਮਰੀਕਾ ਵਿੱਚ ਵੀ ਨਾ ਆਬਵੀਅਸਲੀ ਇਸ਼ੂ ਚੱਲ ਰਿਹਾ, ਬਟ ਮੈਂ ਕਹਾਂਗਾ ਕਈ ਵਾਰ ਨਾ ਸਾਨੂੰ ਲੱਗਦਾ ਡਾਇਸਪੋਰਾ ਵਾਲਿਆਂ ਨੂੰ ਕੋਈ ਜ਼ਿਆਦਾ ਪਤਾ, ਇਦਾਂ ਦਾ ਵੀ ਕੁਝ ਨਹੀਂ। ਉਹ ਵੀ ਬੜੇ ਇਰਰਿਸਪੌਂਸਿਬਲ ਨੇ। ਐਸੇ ਇਰਰਿਸਪੌਂਸਿਬਲ ਕਿਉਂਕਿ ਜ਼ਿਆਦਾ ਇਰਰਿਸਪੌਂਸਿਬਲ ਮੰਨਦੀ ਹਾਂ, ਪਰ ਚਲੋ ਨਹੀਂ, ਇਰਰਿਸਪੌਂਸਿਬਲ ਤਾਂ ਕਹਿ ਰਿਹਾ ਕਿਉਂਕਿ ਕਈ ਵਾਰ ਨਾ ਉੱਥੋਂ ਬੜੇ ਰੈਟਰਿਕ ਵਾਲੇ ਸਟੇਟਮੈਂਟ ਆਉਂਦੇ ਨੇ। ਉਹ ਸਿਰਫ ਪੰਜਾਬ ਵਾਲਿਆਂ ਲਈ ਨਹੀਂ, ਕਈ ਵਾਰ ਮਾੜੇ ਹੁੰਦੇ। ਵੀ ਡੋਂਟ ਰੀਅਲਾਈਜ਼ ਕਿ ਪੰਜਾਬ ਤੋਂ ਬਾਹਰ ਜਿਹੜਾ ਹਿੰਦੁਸਤਾਨ ਆ, ਉਹ ਡਾਇਸਪੋਰਾ ਜ਼ਿਆਦਾ ਵੱਡਾ ਬਾਹਰਲੇ ਡਾਇਸਪੋਰਾ ਤੋਂ। ਇਹ ਗੱਲ ਸਾਨੂੰ ਸਮਝਣ ਵਾਲੀ ਹੈ। ਉਹ ਕਿਹੜੀ ਰਿਐਲਿਟੀ ਵਿੱਚ ਜੀ ਰਹੇ ਨੇ, ਉਹਨਾਂ ਦੇ ਉੱਤੇ ਕੀ ਕੀ ਆਓ ਤੁਸੀਂ ਦੇਖੋ। ਪਿਛਲੇ 2 ਸਾਲਾਂ 'ਚ ਵੀ ਕਿੰਨੇ ਇਨਸੀਡੈਂਟ ਪੰਜਾਬ ਤੋਂ ਬਾਹਰ, ਸ਼ਿਲੌਂਗ ਵਿੱਚ ਤੇ ਹੋਰ ਥਾਵਾਂ ਤੇ ਕੀ ਹੋ ਰਿਹਾ। ਸੋ ਉਹ ਇਰਰਿਸਪੌਂਸਿਬਲ ਉਸ ਐਂਗਲ ਤੋਂ ਕਹਿ ਰਿਹਾ। ਤੁਸੀਂ ਇਹ ਆਪ ਫੇਸ ਕੀਤਾ, ਇਸ ਲਈ ਤੁਸੀਂ ਬਿਕੋਜ਼ ਜਦ ਦਿੱਲੀ ਵਿੱਚ ਨਸਲਕੁਸ਼ੀ ਹੋਈ ਸੀ 84 ਵੀ, ਤੁਸੀਂ ਪੰਜਾਬ ਵਿੱਚ ਤੁਸੀਂ ਬਾਹਰ ਫੇਸ ਕੀਤਾ ਹੈ, ਤੁਸੀਂ ਇਸ ਲਈ ਜ਼ਿਆਦਾ ਮਹਿਸੂਸ ਕਰ ਰਹੇ ਹੋ ਇਸ ਨੂੰ? ਮੈਂ ਇਹਨੂੰ ਵੀ ਮਹਿਸੂਸ ਕਰਦਾ, ਮੈਂ ਪੰਜਾਬ ਦਾ ਵੀ ਪੂਰਾ ਪੇਨ ਮਹਿਸੂਸ ਕਰਦਾ। ਇਨਫੈਕਟ ਜੇ ਤੁਸੀਂ ਇਹ ਗੱਲ ਤੋਰੀ ਲਈ ਹੈ, ਜਦ ਜੂਨ 84 ਹੋ ਰਿਹਾ ਸੀ, 27 ਮਈ ਨੂੰ ਅੰਮ੍ਰਿਤਸਰ 'ਚ ਹੀ ਸੀਗਾ, ਦਰਬਾਰ ਸਾਹਿਬ ਕੰਪਲੈਕਸ 'ਚ ਸੀ। ਅਸੀਂ ਪਾਕਿਸਤਾਨ ਸਾਈਡ ਜਾ ਰਹੇ ਸੀ, ਜਿਹੜੇ ਜੱਥੇ ਜਾਂਦੇ ਸੀਗੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਜਾਂਦੇ ਆ, ਰਾਈਟ। ਸੋ ਜੇ ਅਸੀਂ ਵਾਪਸ ਆਉਣਾ ਸੀ 6 ਜੂਨ ਨੂੰ, ਸਾਨੂੰ ਇੰਡੀਆ ਵਾਪਸ ਨਾ ਲਵੇ, ਸਾਡਾ ਵੀਜ਼ਾ ਐਕਸਪਾਇਰ ਹੋ ਗਿਆ, ਇਸ ਤਾਂ 2 ਦਿਨ ਉੱਥੇ ਬਾਰਡਰ ਤੇ ਹੀ ਰਹੇ। ਸੋ ਬੜੇ ਇੰਟਰਸਟਿੰਗ ਗੱਲਾਂ ਨੇ। ਬਟ ਜਦ 84 ਨਵੰਬਰ ਹੋਇਆ, ਐਬਸੋਲੂਟਲੀ ਮੈਂ ਯੂਪੀ 'ਚ ਸੀਗਾ, ਝਾਂਸੀ ਵਿੱਚ ਸੀਗਾ। ਸੋ ਅਸੀਂ ਉਸ ਨਜ਼ਰੀਏ ਤੋਂ ਵੀ ਚੀਜ਼ਾਂ ਨੂੰ ਦੇਖਿਆ ਹੋਇਆ। ਬਟ ਆਈ ਡੋਂਟ ਵਾਂਟ ਟੂ ਸੇ ਕਿ ਉਹ 2 ਡਿਫਰੈਂਟ ਚੀਜ਼ਾਂ ਨੇ। ਉਹ 2 ਡਿਫਰੈਂਟ ਚੀਜ਼ਾਂ ਨੂੰ ਜਿਹੜੇ ਕੁਝ ਕਰ ਰਹੇ ਨੇ, ਜਿਹਨਾਂ ਨੇ ਯੋਜਨਾ ਬਣਾਉਣੀ ਆ, ਉਹਨੂੰ ਨਜ਼ਰਅੰਦਾਜ਼ ਨਾ ਕਰੋ। ਨਜ਼ਰਅੰਦਾਜ਼ ਜੇ ਕਰਾਂਗੇ ਸਾਡੀਆਂ ਹੋਰ ਵੱਡੀਆਂ ਪ੍ਰੋਬਲਮਸ ਖੜੀਆਂ ਹੁੰਦੀਆਂ ਨੇ। ਇਹਦੇ ਬਾਰੇ ਕੋਈ ਸ਼ੱਕ ਨਹੀਂ, 80% ਸਿੱਖ ਅੱਜ ਵੀ ਇੰਡੀਅਨ ਪੰਜਾਬ 'ਚ ਰਹਿੰਦਾ। ਬਟ ਉਹ 80% ਸਿੱਖ ਜਿਹੜਾ ਹੈਗਾ, ਜੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਪੰਜਾਬ ਵਿੱਚ ਕੀ ਕਰਨਾ, ਇਹਦਾ ਮਤਲਬ ਇਹ ਨਹੀਂ ਕਿ ਜਿਹੜਾ 20% ਲਈ ਵੀ ਅਸੀਂ ਪ੍ਰੋਬਲਮਸ ਕ੍ਰੀਏਟ ਕਰਦੀ। ਮੈਂ ਇੱਕ ਸੁਣ ਰਹੀ ਸੀ, ਮੈਨੂੰ ਪਤਾ ਨਹੀਂ, ਮੈਂ ਤੁਸੀਂ ਹਿਸਟਰੀ ਜ਼ਿਆਦਾ ਜਾਣਦੇ ਹੋ, ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਇੱਕ ਕਾਇਦਾ ਹੁੰਦਾ ਸੀ ਜਿਹੜਾ ਪੰਜਾਬੀ ਸਿਖਾਉਂਦਾ ਸੀ, ਔਰ ਉਹ ਇੱਕਦਮ ਇੱਦਾਂ ਸਿਖਾਉਂਦਾ ਸੀ ਕਿ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਵੀ ਨਾਲ ਸਮਝ ਆਉਂਦੀ ਸੀ ਤੇ ਸਾਰਿਆਂ ਨੂੰ ਸਿਖਾਇਆ ਜਾਂਦਾ ਸੀ, ਰਿਲੀਜਨ ਨਾਲ ਨਹੀਂ ਸੀਗਾ। ਤੇ ਜਦ ਉਹਨਾਂ ਦਾ ਰਾਜ ਖਤਮ ਹੋਇਆ ਤੇ ਅੰਗਰੇਜ਼ਾਂ ਨੇ ਕਿਹਾ ਕਿ ਇਹ ਕਾਇਦਾ ਵਾਪਸ ਲੈ ਕੇ ਆਓ, ਤੇ ਕੁਝ ਆਨਿਆਂ ਵਿੱਚ ਉਹਨਾਂ ਨੇ ਵਾਪਸ ਮੰਗਵਾ ਕੇ ਤੇ ਫਿਰ ਉਸ ਨੂੰ ਸਾੜ ਦਿੱਤਾ। ਕਿਸੇ ਨੇ ਪੁੱਛਿਆ ਕਿ ਵੀ ਕਿਉਂ ਸਾੜ ਰਹੇ, ਉਹਨਾਂ ਨੇ ਕਿਹਾ ਕਿ ਇੱਥੋਂ ਹੀ ਅਸੀਂ ਇਹ ਜਿਹੜਾ ਖਾਲਸਾ ਰਾਜ ਦੀ ਜਿਹੜੀ ਰੀੜ ਦੀ ਹੱਡੀ ਤੋੜਨੀ ਹੈ, ਜਿਹੜੀ ਸੋਚ ਹੈਗੀ ਹੈ, ਖਤਮ ਕਰਨਾ ਹੈ। ਇਹਦੇ ਬਾਰੇ ਤੁਸੀਂ ਕੁਝ? ਇਹਦੇ ਬਾਰੇ ਜੀ ਪੂਰੀ ਰਿਪੋਰਟ ਆ, GW ਲੈਟਨਰ ਦੀ ਹੈਗੀ। ਇਸ ਬੜੀ ਕਲਾਸਿਕ ਸਟੱਡੀ ਆ। ਉਹਨੇ ਨਾ ਐਕਚੁਅਲੀ ਪ੍ਰੈਜ਼ੈਂਟ ਕੀਤਾ ਕਿ ਪੰਜਾਬ ਦੀ ਜਿਹੜੀ ਇੰਡੀਜੀਨਸ ਐਜੂਕੇਸ਼ਨ ਆ, ਹੁਣ ਮੈਂ ਊੜੇ ਆੜੇ ਨਾਲ ਜੋੜ ਰਿਹਾ। ਕਈ ਵਾਰ ਸਾਨੂੰ ਲੱਗਦਾ ਲੋਕਾਂ ਨੂੰ ਕਿ ਬਾਹਰਲੀ ਐਜੂਕੇਸ਼ਨ ਨਹੀਂ ਆਉਣੀ ਚਾਹੀਦੀ, ਇੱਦਾਂ ਕੁਝ ਨਹੀਂ ਹੁੰਦਾ। ਯੂ ਲਿਵ ਇਨ ਦ ਰਿਐਲਿਟੀਜ਼ ਆਫ ਦ ਟਾਈਮ।
ਸੋ ਮਹਾਰਾਜਾ ਰਣਜੀਤ ਸਿੰਘ ਵੇਲੇ GW ਲੈਟਰ ਨੇ ਲਿਖਿਆ ਪਹਿਲੀ ਨੰਬਰ 1 ਗੜੀ ਕਰਨ ਵਾਲੀ ਹੈ ਕਿ ਜਿਹੜੀ ਪਰ ਕੈਪੀਟਾ ਸਪੈਂਡਿੰਗ ਮਹਾਰਾਜਾ ਰਣਜੀਤ ਸਿੰਘ ਨੇ ਐਜੂਕੇਸ਼ਨ ਤੇ ਕੀਤੀ ਸੀ ਇਟ ਵਾਸ ਹਾਇਰ ਦੈਨ ਬ੍ਰਿਟਨ ਦੀ। ਅੱਛਾ, ਜਿੰਨਾ ਉਹ ਅਸੌਤ ਵਿੱਚ ਖਰਚਦੇ ਮਤਲਬ ਪਰ ਸੀਗੇ ਸਟੂਡੈਂਟ ਪੈਸੇ ਜਿੰਨੇ ਖਰਚ ਰਹੇ ਨੇ ਉਹ ਜਦੋਂ ਤੁਸੀਂ ਕਰਿਕੂਲਮ ਤੇ ਪੜ੍ਹਾਈ ਤੇ ਹਾਂ। ਉਹ ਜਿਹੜਾ ਸਨਸੈਟ ਕਹਿੰਦੇ ਜਿਹਦਾ ਐਮਪਾਇਰ ਦਾ ਕਦੇ ਨਹੀਂ ਹੁੰਦਾ ਸੀ, ਉਸ ਐਮਪਾਇਰ ਉੱਥੇ ਘੱਟ ਪੈਸੇ ਖਰਚਦਾ ਸੀ ਇੱਕ ਬੱਚੇ ਤੇ, ਇੱਥੇ ਜ਼ਿਆਦਾ ਖਰਚੇ ਜਾਂਦੇ ਸੀ। ਇਹ ਬਹੁਤ ਵੱਡੀ ਗੱਲ ਆ। ਮਤਲਬ ਇੰਨੀ ਇੱਕ ਰਿਚਨੈਸ ਸੀ ਤੇ ਮਹਾਰਾਜਾ ਰਣਜੀਤ ਸਿੰਘ ਇੰਨਾ ਕੁ ਵਿਜ਼ਨਰੀ ਸੀ, ਆਲਦੋ ਉਹਨਾਂ ਨੂੰ ਓਪਰਚੁਨਿਟੀ ਨਹੀਂ ਮਿਲੀ ਪੜ੍ਹਨ ਦੀ, ਕਿ ਉਹਨਾਂ ਨੇ ਐਜੂਕੇਸ਼ਨ 'ਚ ਇੰਨੀ ਇਨਵੈਸਟਮੈਂਟ ਕੀਤੀ। ਦੂਸਰੀ ਗੱਲ ਐਕਚੁਅਲੀ ਇਹਦੇ ਬਾਰੇ ਵੀ ਬੜੇ ਮਿਸਨੋਵਰਸ ਨੇ। ਸਾਡੀ ਇੰਡੀਜੀਨਸ ਐਜੂਕੇਸ਼ਨ ਉਹਦੇ 'ਚ ਲਿਖਿਆ 39 ਤੱਕ ਕਿੱਦਾਂ ਹੋਈ, ਫਿਰ ਕਿਉਂਕਿ 39 ਮਹਾਰਾਜਾ ਸਿੰਘ ਡੈਥ ਹੋ ਗਈ, ਫਿਰ 40 ਤੋਂ ਲੈ ਕੇ 49 ਤੱਕ ਕੀ ਹੋ ਰਿਹਾ, ਫਿਰ ਬਾਏ ਦਾ ਟਾਈਮ 73 ਕਮਸ ਕਿ ਮੈਂ ਅਸੀਂ ਸਭ ਚੇਂਜ ਕਰਾਤਾ, ਕਿਉਂਕਿ ਅੰਗਰੇਜ਼ਾਂ ਨੇ ਬੜਾ ਪੂਰਾ ਚੇਂਜ ਕੀਤਾ। ਉਹ ਕੰਪਲੈਕਸ ਹੋ ਗਿਆ ਸੀ ਇੱਥੇ ਸਿੱਖਾਂ ਨੂੰ ਕਿ ਪੰਜਾਬੀਆਂ ਨੂੰ ਬਾਏ ਦਾ ਵੇ ਸਾਰੇ ਹੀ ਪੜ੍ਹਦੇ ਸੀ ਰਿਲੀਜਨਸ ਨੂੰ। ਓਕੇ, ਲੈਂਗੁਏਜ ਨੂੰ ਪੜ੍ਹਨਾ ਸਿਰਫ ਮਦਰਸਿਆਂ 'ਚ ਪੜ੍ਹਾਈ ਹੁੰਦੀ ਸੀ, ਗੁਰਦੁਆਰਿਆਂ 'ਚ ਹੁੰਦੀ ਸੀ, ਮੰਦਿਰਾਂ 'ਚ ਹੁੰਦੀ ਸੀ। ਸਾਰੇ ਹੀ ਇੱਕ ਦੂਜੇ ਦੇ ਧਰਮ ਬਾਰੇ ਪੜ੍ਹਦੇ ਸੀ, ਜੋ ਅੱਜ ਕੱਲ੍ਹ ਲੋਕੀ ਕਹਿ ਰਹੇ ਨੇ ਹੋਣਾ ਚਾਹੀਦਾ। ਉਹ ਲੈਂਗੁਏਜ ਜਿਹਨੂੰ ਫਾਰਸੀ ਅਸੀਂ ਕਹਿ ਦਿੰਦੇ ਆ, ਤੇ ਗੁਰਮੁਖੀ ਸਕ੍ਰਿਪਟ ਵਾਲੀ ਵੀ ਪੜ੍ਹਾਈ ਜਾਂਦੀ ਸੀ, ਸਾਇੰਸਿਸ ਤੇ ਮੈਥ ਵੀ ਪੜ੍ਹਾਏ ਜਾਂਦੇ ਸੀ। ਰਿਲੀਜੀਅਸ ਐਜੂਕੇਸ਼ਨ ਵਾਸ ਮੈਂਡੇਟਰੀ ਫॉर एवरीवन। ਤੁਸੀਂ ਜੇ ਫਿਲੋਸੋਫਿਕਲੀ ਇਸ ਚੀਜ਼ ਨੂੰ ਦੇਖੋਗੇ ਬਹੁਤ ਵੱਡੀ ਗੱਲ ਆ। ਲੈਂਗੁਏਜਸ, ਮੈਥ ਤੇ ਸਾਇੰਸਿਸ ਹੀ ਤੁਹਾਨੂੰ ਬਣਾਉਂਦੀਆਂ ਨੇ ਸਭ ਕੁਝ। ਸੋ ਮਹਾਰਾਜਾ ਰਣਜੀਤ ਸਿੰਘ ਕੀਤਾ ਗਿਆ, ਉਹਨਾਂ ਨੇ ਫਿਰ ਇਹ ਦੇਖਿਆ ਕਿ ਯਾਰ ਇਹ ਤਾਂ ਬੜਾ ਸਟਰੋਂਗ ਸਿਸਟਮ ਆ। ਉਹ ਸਾਰਾ ਸਿਸਟਮ 1873 ਤੋਂ ਬਾਅਦ ਰਿਪਲੇਸ ਕਰ ਦਿੱਤਾ ਗਿਆ, ਪੂਰਾ ਡਿਜ਼ਾਈਨ ਬਣਾਇਆ ਗਿਆ ਕਿ ਹਟਾ ਦਿਓ। ਫਿਰ ਇਹ ਅੱਜ ਕੱਲ੍ਹ ਜਿਵੇਂ ਅਸੀਂ ਕਹਿੰਦੇ ਨੇ ਕਿ ਤੰਗਦਿਲੀ ਹੋ ਗਈ ਹੈ ਸਾਰੇ ਪੰਜਾਬੀਆਂ 'ਚ ਹੀ। ਕਈਆਂ ਨੂੰ ਲੱਗਦਾ ਕਿ ਨਹੀਂ ਹਿੰਦੂਆਂ ਬਾਰੇ ਬੜੇ ਸਖਤ ਵਰਡ ਯੂਜ਼ ਕਰ ਦਿੰਦੇ ਆ, ਕਈ ਮੁਸਲਮਾਨਾਂ ਬਾਰੇ ਸਖਤ ਕਹਿ ਦਿੰਦੇ ਨੇ, ਕਈ ਸਿੱਖਾਂ ਬਾਰੇ ਸਖਤ ਕਹਿ ਦਿੰਦੇ ਨੇ। ਉਹ ਤੰਗਦਿਲੀ ਕਿਉਂ ਆਈ? ਅਸੀਂ ਜਾਣਦੇ ਹੀ ਨਹੀਂ ਇੱਕ ਦੂਜੇ ਨੂੰ। ਅਸੀਂ ਸਿਰਫ ਸਾਡੀ ਜਿਹੜੀ ਹਾਈਪਰ ਪੋਲੀਟੀਕਲ ਐਕਸ਼ਨਸ ਨੇ ਉਹ ਦੇਖ ਰਹੇ ਹਾਂ, ਜੋ ਡਿਬੇਟਸ ਵਿੱਚ ਚੱਲਦਾ, ਜੋ YouTube ਤੇ ਚੱਲ ਰਿਹਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਹਾਂ ਕੌਣ। ਕਿਉਂ ਨਹੀਂ ਪਤਾ? ਕਿਉਂਕਿ ਸਾਡੀ ਐਜੂਕੇਸ਼ਨ 'ਚੋਂ ਮਾਈਨਸ ਕਰਤਾ। ਪੰਜਾਬ ਵਿੱਚ ਅੱਜ ਪੰਜਾਬ ਦੀ ਹਿਸਟਰੀ ਨਹੀਂ ਪੜ੍ਹਾਈ ਜਾਂਦੀ, PU ਦੇ ਵਿੱਚ ਅੱਜ ਪੰਜਾਬੀ ਐਜ਼ ਅ ਲੈਂਗੁਏਜ ਨਹੀਂ ਪੜ੍ਹਾਈ ਜਾਂਦੀ। ਅਸੀਂ ਕਹਿੰਦੇ ਆ ਕਿ ਸਿੱਖਾਂ ਬਿਨਾਂ, ਪੰਜਾਬ ਬਿਨਾਂ ਦੇਸ਼ ਨੂੰ ਆਜ਼ਾਦੀ ਨਾ ਮਿਲਦੀ, ਬਟ ਮੇਰਾ ਬੇਟਾ ਉਸ ਦਿਨ ਕਹਿੰਦਾ ਹਿਸਟਰੀ ਪੜ੍ਹਾ ਰਹੀ ਸੀਗੀ 9th ਕਲਾਸ, ਕਹਿੰਦਾ ਸਿੱਖ ਹਿਸਟਰੀ ਤੇ ਕਿੱਥੇ ਆਉਂਦੀ ਨਹੀਂ ਹੈਗੀ ਹੈ। ਇਸ ਸਿੱਖ ਹਿਸਟਰੀ ਐਂਡ ਪੰਜਾਬ ਹਿਸਟਰੀ ਇਜ਼ ਟੋਟਲੀ ਇਗਨੋਰਡ। ਸਿਰਫ ਇਹੀ ਗੱਲ ਨਹੀਂ ਜੀ, ਉਹ ਜਿਹੜਾ ਮੈਂ ਕਹਿਣਾ ਜਿਸ ਐਜੂਕੇਸ਼ਨ ਆਈ ਇੰਨਾ ਕੁਝ ਉਹਨਾਂ ਨੇ ਰਿਪਲੇਸ ਵੀ ਕਰਤਾ। ਫਿਰ ਵੀ ਸਿੱਖ ਚੇਤਨ ਇੰਨੇ ਸੀਗੇ ਕਿ ਉਹਨਾਂ ਨੇ ਪੰਜਾਬ ਨੂੰ ਆਜ਼ਾਦ ਕਰਾਇਆ। ਕਿਵੇਂ ਹਰਾਇਆ? ਪਹਿਲਾਂ ਗੁਰਦੁਆਰੇ ਆਜ਼ਾਦ ਕਰਾਏ। ਸੋ ਇਹਨਾਂ ਕੰਪਲੈਕਸ ਸਾਨੂੰ ਬਾਹਰ ਆਉਣਾ ਪੈਂਦਾ। ਵੀ ਆਰ ਵੈਰੀ ਕਲੀਅਰ ਕਿ ਸਾਡੀ ਜਿਹੜੀ ਨੰਬਰ 1 ਗੁਲਾਮੀ ਹੈ ਨਾ, ਸਾਡੇ ਆਪਣੇ ਮਸੰਦਾਂ ਦੀ ਆ। ਇਹ 100 ਸਾਲ ਪਹਿਲਾਂ ਵੀ ਇਹ ਕਲੀਅਰ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਵੇਲੇ ਵੀ ਕਲੀਅਰ ਸੀ। ਬਟ ਅਸੀਂ ਇਹ ਨਹੀਂ ਕਹਿੰਦੇ ਸੀ ਕਿ ਜੋ ਕੰਮ ਸਟੇਟ ਗਲਤ ਕਰਦਾ ਸੀ, ਔਰੰਗਜ਼ੇਬ ਦੇ ਨਾਲ ਵੀ, ਹਿਲ ਰਾਜਾ ਨਾਲ ਵੀ ਗੁਰੂ ਸਾਹਿਬ ਦੇ ਬੈਟਲਸ ਰਹੀਆਂ ਨੇ, ਦੋਨਾਂ ਨਾਲ ਰਹੀਆਂ ਨੇ, ਬਟ ਮਸੰਦਾਂ ਨਾਲ ਵੀ ਰਹੀਆਂ ਨੇ। ਇਹ ਨਾ ਭੁੱਲ ਜਿਓ, ਕਿਉਂਕਿ ਜਦ ਤੱਕ ਇੰਟਰਨਲ ਹਾਊਸ ਕਲੀਨਿੰਗ ਨਹੀਂ ਹੁੰਦੀ ਤੁਸੀਂ ਐਕਸਟਰਨਲ ਉਹਨੂੰ ਪੂਰੇ ਤਰੀਕੇ ਨਾਲ ਲਿਆ ਹੀ ਨਹੀਂ ਸਕਦੇ, ਕਿਉਂਕਿ ਰਿਪਲੇਸ ਤਾਂ ਫਿਰ ਉਹੀ ਕਰ ਦੇਣਗੇ ਜਿਹੜੇ ਆਪਣੇ ਗਲਤ ਬੰਦੇ ਨੇ, ਜਿਨ੍ਹਾਂ ਨੇ ਵੈਲਿਊ ਸਿਸਟਮ ਜਿਹਨੂੰ ਤੁਸੀਂ ਕਿਹਾ ਘਟਾਤਾ। ਸੋ ਵੀ ਆਰ ਫੇਸਿੰਗ ਸਿਮਿਲਰ ਕ੍ਰਾਈਸਿਸ। ਸਿਮਿਲਰ ਸੀਗਾ ਕਿ ਉਦੋਂ ਚਲੋ ਸਾਡੇ ਕੋਲ ਗੁਰੂ ਸਾਹਿਬ ਸੀਗੇ, ਕੋਈ ਨਹੀਂ, ਮੈਂ ਕਿਹਾ 100 ਸਾਲ ਪਹਿਲਾਂ ਨਹੀਂ ਸੀ ਗੁਰੂ ਸਾਹਿਬ। ਆਈ ਨੋ, ਬਟ ਅੱਜ ਜਿਵੇਂ ਸਾਨੂੰ ਆ ਗਿਆ ਅੱਜ, ਈਵਨ ਫਰੋਮ ਅਸੀਂ SGPC ਜਾਂ ਉੱਥੋਂ ਇੰਨੀ ਸਪੋਰਟ ਨਹੀਂ ਮੰਗ ਉਮੀਦ ਰੱਖ ਸਕਦੇ ਕਿ ਖਾਲਸਾ ਸਕੂਲ ਚੰਗੀ ਐਜੂਕੇਸ਼ਨ ਦੇਣ। ਖਾਲਸਾ ਸਕੂਲ ਇੰਨੀ ਫੀਸ ਚਾਰਜ ਕਰਦੇ ਨੇ ਜਿਹੜੀ ਪ੍ਰਾਈਵੇਟ ਸਕੂਲ ਔਰ ਨਹੀਂ ਚਾਰਜ ਕਰਦੇ ਜਾਂ ਬਰਾਬਰ ਕਰਦੇ ਨੇ। ਅਸੀਂ ਉਹ ਨਹੀਂ, ਉਹਨਾਂ ਇੱਕ ਫਰਮਾਨ ਕੱਢਣਗੇ ਕਿਉਂਕਿ ਵੀ ਤੁਸੀਂ ਇੰਨੇ ਗੁਰਦੁਆਰੇ ਨਹੀਂ ਬਣਾ ਸਕਦੇ। ਜੇ 2000 ਜਾਂ 3000 ਦੀ ਆਬਾਦੀ ਹੈ, ਉੱਥੇ 4 ਗੁਰਦੁਆਰਿਆਂ ਦਾ ਮਤਲਬ ਕੀ ਹੈਗਾ? ਸੋ ਉਹ ਚੇਂਜ ਕਿੱਥੋਂ ਆਏਗੀ? ਜੇ ਅਸੀਂ ਨੌਜਵਾਨ ਕੋਸ਼ਿਸ਼ ਕਰ ਰਹੇ ਨੇ, ਅਸੀਂ ਵਾਰ-ਵਾਰ ਦੇਖਦੇ ਹਾਂ ਨੌਜਵਾਨ ਕੋਸ਼ਿਸ਼ ਕਰਦੇ ਨੇ, ਬਟ ਕਿਉਂਕਿ ਉਹਨਾਂ ਨੂੰ ਉਸ ਦੀ ਤਿਆਰੀ ਨਹੀਂ ਦਿੱਤੀ ਗਈ। ਤੁਸੀਂ ਕਹਿ ਰਹੇ ਹੋ ਜਾਓ ਜੰਗ ਲੜ ਲਓ, ਪਰ ਤੁਹਾਨੂੰ ਦੱਸਿਆ ਹੀ ਨਹੀਂ ਗਿਆ। ਅੱਧੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਗੱਲ ਕੀ ਸੀਗੀ। ਉਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਦੀ ਕੈਪੀਟਲ ਦੀ ਗੱਲ ਕੀ ਸੀਗੀ। ਉਹਨਾਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ। ਉਹਨਾਂ ਨੂੰ ਪਤਾ ਹੈ ਕਿ ਉਹ ਸ਼ਹੀਦ ਵਰਡ ਹੀ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ। ਸਾਰੇ ਅਪਰੋਪਰੀਏਟ ਕਰ ਰਹੇ ਹਨ। ਬਲਕਿ ਮੈਂ ਨਾ ਕਹਿੰਦਾ ਹੁੰਦਾ ਸੀਗਾ ਕਿ ਹਿੰਦੁਸਤਾਨ ਦੀ ਸਰਕਾਰ ਨੇ ਇਹਨੂੰ ਅਪਰੋਪਰੀਏਟ ਕਰਤਾ ਜਾਂ ਮਿਸ ਅਪਰੋਪਰੀਏਟ ਕਰਤਾ। ਉਹ ਫੌਜੀਆਂ ਲਈ ਯੂਜ਼ ਕਰਦੇ ਸੀ ਕਾਰਗਿਲ ਵੇਲੇ। ਮੈਂ ਦੇਖ ਰਿਹਾ ਅਖਬਾਰਾਂ 'ਚ ਕੀ ਛਪ ਰਿਹਾ ਸੀ, ਬਲਕਿ ਉਹਨਾਂ ਨੇ ਬੰਦ ਕਰਤਾ ਤੇ ਅਸੀਂ ਪਤਾ ਨਹੀਂ ਕਿਵੇਂ ਯੂਜ਼ ਕਰ ਰਹੇ ਹਾਂ। ਅਗੇਨ ਮੈਂ ਕਿਸੇ ਇੱਕ ਇੰਡੀਵਿਜੂਅਲ ਇਸ਼ਾਰਾ ਨਹੀਂ ਕਰ ਰਿਹਾ, ਕਲੈਕਟਿਵਲੀ ਸਾਡੇ ਨਾਲ ਕੀ ਹੋ ਰਿਹਾ। ਬਟ ਆਈ ਵਾਂਟ ਟੂ ਕਮ ਬੈਕ ਟੂ ਸੋਲੂਸ਼ਨ। ਹਾਂ, ਸੋਲੂਸ਼ਨ ਦੇਖੋ, ਇਹ ਪੁਰਾਣਾ ਇੱਕ ਯੂਰੋਪੀਅਨ ਪੋਇਟ ਹੈਗਾ ਗੋਇਥ, ਉਹਨੇ ਕਿਹਾ ਜਿਹੜੇ 25 ਸਾਲ ਦੀ ਉਮਰ ਦੇ ਕੀ ਸੋਚ ਰਹੇ ਨੇ, ਕੀ ਕਰ ਰਹੇ, ਉਹਦੇ ਵੱਲ ਤਵੱਜੋ ਦਿਓ, ਉਹੀ ਤੁਹਾਡਾ ਫਿਊਚਰ ਬਣਾਓ। ਸੋ ਮੈਂ ਵੀ ਇਹ ਦੇਖ ਰਿਹਾ ਹੁਣ 25 ਸਾਲ ਦੀ ਹੁਣ ਲਾਈਫ ਐਕਸਪੈਕਟੈਂਸੀ ਵੱਧ ਗਈ, ਤੁਸੀਂ 35 ਕਰ ਲਓ। ਐਂਡ ਆਈ ਲੁੱਕ ਐਟ ਦੈਟ। ਸੋ ਆਈ ਡੋਂਟ ਗੈਟ ਡਿਸਕਰੇਜ ਬਾਈ ਵਾਟ ਦੇ ਆਰ ਡੂਇੰਗ। ਇਟ ਟੈਲਸ ਮੀ ਕਿ ਉੱਥੇ ਮੋਟੀਵੇਟਡ ਕਿੰਨੇ ਨੇ,
ਉੱਥੇ એનર્ਜੀ ਵੀ ਕਿੰਨੀ ਆ ਤੇ ਉੱਥੇ ਫਰਸਟ੍ਰੇਸ਼ਨ ਤੇ ਐਂਗਰ ਵੀ ਕਿੰਨਾ ਆ ਗਿਆ, ਉਹਨੂੰ ਕਿਵੇਂ ਠੀਕ ਕਰੀਏ। ਉੱਥੇ ਸਾਡੇ ਕੋਲ ਇਵੈਂਚੁਅਲੀ ਹੁੰਦਾ ਕੀ ਹੈ, ਦੇਖੋ 75 ਸਾਲ ਨਿਕਲ ਗਏ ਨੇ ਇੰਡੀਆ ਵਿੱਚ ਵੀ, ਸਾਨੂੰ ਪੰਜਾਬ ਦੀ ਆਪਣੀ ਰਿਲੇਸ਼ਨਸ਼ਿਪ ਆ, ਸਟੇਟ ਦੀ ਸਿੱਖਾਂ ਦੀ ਆਪਣੀ ਰਿਲੇਸ਼ਨਸ਼ਿਪ ਆ, ਸਾਡੇ ਐਕਚੁਅਲੀ ਥਿੰਕ ਟੈਂਕ ਨਹੀਂ ਬਣੇ ਚੀਜ਼ਾਂ ਬਾਰੇ। ਜਿਹੜਾ ਮੈਂ ਇੰਟੈਲੈਕਚੁਅਲ ਫੇਲੀਅਰ ਕਿਹਾ ਨਾ ਅਰਲੀਅਰ, ਇੰਟੈਲੈਕਚੁਅਲ ਫੇਲੀਅਰ ਹੁੰਦਾ ਹੀ ਇਹ ਹੈ ਕਿ ਪ੍ਰੈਗਮੈਟਿਕ ਰਿਐਲਿਟੀ ਦੇ ਵਿੱਚ ਕੀ ਕਰੀਏ। ਨਾ ਵਾਟ ਡੂ ਆਈ ਮੀਨ ਬਾਏ ਦੈਟ। ਪ੍ਰੈਗਮੈਟਿਕ ਰਿਐਲਿਟੀ ਅੱਜ ਦੀ ਕੀ ਆ, ਸਾਡੀ ਸਟੇਟ ਆਫ ਐਜੂਕੇਸ਼ਨ ਆਪਾਂ ਹੁਣੇ ਗੱਲ ਕਰਕੇ ਹਟੇ ਆ, ਵੀ ਨੋ ਐਂਥੂਜ਼ੀਆਜ਼ਮ ਹੈਗਾ ਬਟ ਫਰਸਟ੍ਰੇਸ਼ਨ ਵੀ ਬੜਾ, ਅਸੀਂ ਵਲਗੈਰਿਟੀ ਵੀ ਗੱਲ ਕਰਕੇ ਹਟੇ ਆ। ਸੋ ਦੇयर ਇਜ਼ ਅ ਸਿਸਟਮ ਫੇਲੀਅਰ ਗੋਇੰਗ ਔਨ। ਸਿਸਟਮ ਫੇਲੀਅਰ ਵਿੱਚ ਯੂ ਹੈਵ ਟੂ ਗੋ ਬੈਕ ਟੂ ਫਾਊਂਡੇਸ਼ਨਲ ਥਿੰਗਸ, ਬੁਨਿਆਦੀ ਚੀਜ਼ਾਂ 'ਚ। ਹੁਣ ਬੁਨਿਆਦੀ ਚੀਜ਼ਾਂ ਵਿੱਚ ਗੁਰਬਾਣੀ ਮੁਤਾਬਕ ਬੁਨਿਆਦ ਕੀ ਆ, ਦਇਆ ਗੁਣ, ਡਿਵਾਈਨ ਕੁਆਲਿਟੀਜ਼। ਆਪਣੇ ਵਿੱਚ ਜੋ ਵੀ ਤੁਸੀਂ ਰੱਬੀ ਗੁਣ ਮੰਨਦੇ ਹੋ ਉਹ ਲੈ ਕੇ ਆਓ। ਹੁਣ ਰੱਬ ਕੋਟ ਅਨਕੋਟ, ਜੇ ਅਸੀਂ ਡਿਵਿਨਿਟੀ ਦਾ ਪ੍ਰਿੰਸੀਪਲ ਦੀ ਗੱਲ ਕਰੀਏ, ਤੁਸੀਂ ਕਿਹਾ ਤੁਸੀਂ ਪੜ੍ਹਦੇ ਹੁੰਦੇ ਸੀ ਸਕੂਲਾਂ 'ਚ, ਜਿਹੜਾ ਰੱਬੀ ਗੁਣ ਆ ਉਹ ਤਾਂ ਲਿਆਓ ਜਿਹੜਾ ਪਤਾ। ਸਾਰੇ ਤਾਂ ਅਸੀਂ ਪਤਾ ਕਰ ਨਹੀਂ ਸਕਦੇ ਕਿਉਂਕਿ ਉਹ ਤਾਂ ਬੇਅੰਤ ਆ, ਅਪਾਰ ਆ, ਬਟ ਸਾਨੂੰ ਪਤਾ ਨਾ ਕਿ ਉਹ ਗ੍ਰੇਸ਼ੀਅਸ ਆ, ਮਿਹਰਬਾਨ ਆ, ਸਾਨੂੰ ਪਤਾ ਉਹ ਨਿਰਭਉ ਹੈਗਾ, ਸਾਨੂੰ ਪਤਾ ਉਹ ਨਿਰਵੈਰ ਆ, ਅਸੀਂ ਇਹੀ ਨਹੀਂ ਲਿਆ ਪਾ ਰਹੇ। ਸੋ ਸਾਡੀ ਫਾਊਂਡੇਸ਼ਨ ਇੱਥੇ ਥਿੜਕ ਗਈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਆਇਆ ਕਿ ਜਦ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਆਪਾਂ ਮੰਨਦੇ ਹਾਂ ਪਰਫੈਕਸ਼ਨ ਦੇ ਰੂਪ ਵਿੱਚ ਇੱਥੇ ਆਏ, ਕਿ ਜਦੋਂ ਉਹਨਾਂ ਨੇ ਅਗਲੀ ਲੀਡਰਸ਼ਿਪ ਤਿਆਰ ਕੀਤੀ, ਮੈਂ ਉੱਧਰ ਵਾਲੀ ਜਾਣ ਸੀ ਕਿਹਾ ਕਿ ਕੀ ਮਿਲੇ ਯੰਗਸਟਰਸ ਨੂੰ, ਲੀਡਰਸ਼ਿਪ ਵੀ ਤਿਆਰ ਕਰਨੀ ਹੈ ਨਾ। ਸਾਡੀ ਪੋਲੀਟੀਕਲ ਲੀਡਰਸ਼ਿਪ ਵੀ ਤੁਹਾਡੇ ਸਾਹਮਣੇ ਹੀ ਹੈ ਕਿੰਨੀ ਬੈਂਕਰਪਟ ਹੈ। ਲੈਟਸ ਬੀ ਓਨੈਸਟ ਅਬਾਊਟ ਇਟ। ਯੂ ਸੀ ਕਿ ਜਿਹੜੀ ਮਰਜ਼ੀ ਪਾਰਟੀ ਦੇ ਐਮਐਲਏਜ਼ ਆ ਜਾਣ। ਹਾਂ ਉਹ ਨਾ, ਮੈਂ ਅੱਜ ਕੁਝ ਦਿਮਾਗ ਵਿੱਚ ਆ ਰਿਹਾ ਸੀ, ਦੇਖ ਰਹੀ ਸੀ, ਇਹ ਸਾਡੀ ਰਿਪਰੈਜ਼ੈਂਟੇਸ਼ਨ, ਉਹਨਾਂ ਨੂੰ ਬਲੇਮ ਨਾ ਕਰੋ, ਸਾਡੇ ਵਿੱਚ ਉੱਠ ਕੇ ਆਏ ਆ। ਉਹ ਗੱਲ ਠੀਕ ਹੈ, ਜਿੱਥੇ ਰਈਅਤ ਹੀ ਅੰਧੀ ਆ ਤੇ ਉੱਥੇ ਰਿਪਰੈਜ਼ੈਂਟੇਸ਼ਨ ਵੀ ਅੰਨੀ ਹੋਊਗੀ। ਇਹ ਪਲੇਟੋ ਦਾ ਵੀ ਇਹੀ ਆ, ਜਿਹੜਾ ਉਹਨੇ ਰਿਪਬਲਿਕ 'ਚ ਲਿਖਿਆ ਹੋਇਆ ਕਿ ਲੀਡਰਸ਼ਿਪ ਇਜ਼ ਅ ਰਿਫਲੈਕਸ਼ਨ ਆਫ ਮੈਸੇਜ ਐਂਡ ਮੈਸੇਜ ਰਿਫਲੈਕਟ ਲੀਡਰਸ਼ਿਪ। ਬਟ ਇੱਥੇ ਮੈਂ ਕੁਝ ਹੋਰ ਕਹਿ ਰਿਹਾ ਸੀ ਕਿ ਅਸੀਂ ਜਿਹੜੇ ਨਾਨ ਇਲੈਕਟਿਡ ਨੇ ਉਹਨਾਂ ਨੂੰ ਤਾਂ ਬਹੁਤ ਦਬਲਦੇ ਆ, ਬਟ ਜਿਹੜੇ ਇਲੈਕਟਿਡ ਨੇ, ਜਿਹੜੇ ਉੱਦਾਂ ਵੀ ਪੜ੍ਹੇ ਲਿਖੇ ਗਏ ਨੇ, ਉਹਨਾਂ ਦਾ ਪੰਜਾਬ ਦਾ ਕਿੱਥੇ ਸਵਾਰ ਲਿਆ। ਸਾਰਿਆਂ ਨੂੰ ਚਾਂਸ ਮਿਲ ਗਿਆ ਨਾ ਹੁਣ ਤਾਂ। ਸਾਡੇ ਸਾਹਮਣੇ ਕਰੰਟ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਵੀ ਹੈ, ਸਾਡੇ ਸਾਹਮਣੇ ਪਿਛਲੀਆਂ 4 ਐਡਮਿਨਿਸਟ੍ਰੇਸ਼ਨਸ ਲੈ ਲਓ, ਸਾਰੀਆਂ ਪਾਰਟੀਆਂ ਕਵਰ ਹੋ ਗਈਆਂ। ਈਵਨ the ones who claim they can do it, they have not been able to deliver, which means ਕਿਤੇ ਨਾ ਕਿਤੇ ਲਾਰਜਰ ਸਿਸਟਮ ਫੇਲੀਅਰ ਆ, ਵੈਲਿਊ ਸਿਸਟਮ ਵਾਲਾ। ਸੋ ਐਜੂਕੇਸ਼ਨ ਇੱਕ ਪੱਖ ਆ ਕਿ ਸਾਨੂੰ ਐਕਚੁਅਲੀ ਪਤਾ ਹੀ ਨਹੀਂ ਅਸੀਂ ਪੰਜਾਬ ਦਾ ਮਤਲਬ ਕੀ ਆ ਹੁਣ, ਜਾਂ ਸਿੱਖ ਦਾ ਮਤਲਬ ਇਨ ਰਿਐਲਿਟੀ ਕੀ ਹੈ। ਦੂਜਾ ਇੰਟੈਲੈਕਚੁਅਲ ਫੇਲੀਅਰ ਹੈ ਕਿ ਸਾਡੇ ਕੋਲੇ ਆਪਸ਼ਨਸ ਹੀ ਨਹੀਂ ਆ ਰਹੀਆਂ, ਕਰੀਏ ਕੀ। ਤੀਸਰਾ ਜਿਹੜਾ ਮੈਂ ਲਾਸਟ ਗੱਲ ਆ ਰਿਹਾ ਸੀ, ਜਿਹੜੀ ਸਿਵਲ ਸੁਸਾਇਟੀ ਵਿੱਚ ਚੇਂਜਸ ਕਿਵੇਂ ਆਉਂਦੇ ਨੇ। ਵੀ ਆਰ ਨਾਟ ਇਨ 20th ਸੈਂਚੁਰੀ, ਨਾ 18th ਸੈਂਚੁਰੀ ਐਂਡ ਨਾ ਗੁਰੂ ਪੀਰੀਅਡ ਆ। ਸੋ ਅੱਜ ਕੱਲ੍ਹ ਚੇਂਜਸ ਕਿਵੇਂ ਆਉਂਦੇ ਨੇ, ਤੁਸੀਂ ਲੀਗਲੀ ਚੀਜ਼ਾਂ ਨੂੰ ਜਿੱਤਦੇ ਹੋ, ਫਿਰ ਉਹਦੇ ਉੱਤੇ ਐਜੂਕੇਸ਼ਨਲ ਅਵੇਅਰਨੈਸ ਪੈਦਾ ਕੀਤੀ ਜਾਂਦੀ ਹੈ, ਤਾਂ ਵਿਦਿਨ 15 to 20 years 25 years ਉਹ ਰੈਗੂਲਰ ਕਲਚਰ ਬਣ ਜਾਂਦਾ। ਸਾਡੇ ਸਾਹਮਣੇ ਅਪਾਰਥਾਈਡ ਹੈਗੀ ਆ ਸਾਊਥ ਅਫਰੀਕਾ ਦੀ, ਦੇ ਆਰ ਗੋਇੰਗ ਥਰੂ ਡਿਫਰੈਂਟ ਕ੍ਰਾਈਸਿਸ ਨਾਓ, ਬਟ ਉਹ ਚੀਜ਼ਾਂ ਤਾਂ ਠੀਕ ਹੋ ਗਈ ਨਾ, ਇੱਕ ਜਨਰੇਸ਼ਨ ਲੱਗੀ। ਜਾਤ ਪਾਤ ਕਿਉਂ ਨਹੀਂ ਕਰ ਪਾਏ ਇਸ ਸਿਸਟਮ 'ਚੋਂ? ਕਿਉਂਕਿ ਅਸੀਂ ਵੈਲਿਊ ਸਿਸਟਮ ਭੁੱਲ ਗਏ। ਜਿਹੜੀ ਚੀਜ਼ ਇੱਕ ਦਿਸ ਇਜ਼ ਇਫ ਯੂ ਆਸਕ ਮੀ, ਸਿੱਖਾਂ ਦੇ ਐਕਚੁਅਲੀ 2 ਇੰਟਰਨਲ ਵੈਰੀ ਜਿਹੜੇ ਨੇ ਨਾ, ਉਹ ਕੈਸਟ ਤੇ ਸੈਕਸਿਜ਼ਮ ਹੀ ਆ। ਅਸੀਂ ਰੇਸਿਸਟ ਬਣ ਗਏ, ਅਸੀਂ ਗਲੋਬਲ ਟਰਮ ਜੇ ਯੂਜ਼ ਕਰੀਏ। ਕੈਸਟ ਥੋੜਾ ਜਿਹਾ ਡਿਫਰੈਂਟ ਟਰਮ ਆ, ਇਨਫੈਕਟ ਤੁਹਾਨੂੰ ਵੀ ਸ਼ਾਇਦ ਫਨੀ ਲੱਗੂਗਾ, ਕੈਸਟ ਇੰਡੀਅਨ ਟਰਮ ਨਹੀਂ ਹੈਗਾ, ਇਹ ਪੋਰਚੁਗੀਜ਼ ਵਰਡ ਆ। ਉਹਦਾ ਮਤਲਬ ਹੀ ਹੈ ਡਿਫਰੈਂਸ਼ੀਏਟ ਕਰਕੇ ਦੇਖਣਾ। ਇੱਥੇ ਹਿੰਦੁਸਤਾਨੀ ਪਰੰਪਰਾ ਦੇ ਵਰਡ ਨੇ ਵਰਨਾ ਤੇ ਜਾਤੀ, ਹੈ ਨਾ, ਉਹ ਕੀ ਨੇ, ਕਲਾਸੀਫਿਕੇਸ਼ਨਸ ਨੇ ਤੁਹਾਡੇ ਬੈਕਗਰਾਊਂਡ ਦੇ। ਅਸੀਂ ਉਹਦੇ ਵਿੱਚ ਤੁਸੀਂ ਟੋਟਲੀ ਇਨਗਰੋਸਡ ਹੋਏ ਆ। ਦੈਟਸ ਦੀ ਅਨਡੂਇੰਗ ਆਫ ਗੁਰੂ ਨਾਨਕਸ ਰੈਵੋਲੂਸ਼ਨ। ਸਾਨੂੰ ਤਾਂ ਇਹ ਸਿਖਾਇਆ ਜਿਹੜਾ ਨੀਚਾਂ ਤੋਂ ਵੀ ਨੀਚ ਆ, ਤੁਸੀਂ ਜਦ ਉਹਨੂੰ ਸੰਭਾਲਦੇ ਹੋ ਤੇ ਜਿਹੜੇ ਐਸਟੈਬਲਿਸ਼ ਨੇ, ਵੱਡੇ ਨੇ, ਉਹਨਾਂ ਦੀ ਰੀਸ ਨਹੀਂ ਕਰ ਸਕਦੇ, ਤੁਹਾਨੂੰ ਉੱਥੇ ਨਜ਼ਰ ਦਿਖੂਗੀ। ਸਾਨੂੰ ਅੱਜ ਕੱਲ੍ਹ ਕਹਿੰਦਾ ਗ੍ਰੇਸ ਨਹੀਂ ਹੋ ਰਹੀ, ਜਦ ਗੁਰੂ ਕਿਰਪਾ ਕਰੂ ਹੋ ਜੂ। ਕਹਿੰਦੇ ਕਿਰਪਾ ਐ ਹੁੰਦੀ ਆ ਕਿ ਜਿਨ੍ਹਾਂ ਦੇ ਰਾਈਟਸ ਨਹੀਂ ਹੈਗੇ, ਤੁਸੀਂ ਜਦ ਉਹਨਾਂ ਦੇ ਰਾਈਟਸ ਦਵਾਉਂਦੇ ਹੋ ਤਾਂ ਤੁਹਾਨੂੰ ਕਿਰਪਾ ਹੁੰਦੀ ਆ। ਇਹ ਸਾਡਾ ਵੈਲਿਊ ਸਿਸਟਮ ਆ। ਜਿਹੜੇ ਅੱਜ ਕੱਲ੍ਹ ਦੇ ਲਫ਼ਜ਼ ਨੇ ਬੇਅਦਬੀ, ਤਾਂ ਫਿਰ ਤਾਂ ਸਭ ਤੋਂ ਜ਼ਿਆਦਾ ਵੱਡੀ ਬੇਅਦਬੀ ਅਸੀਂ ਆਪ ਕਰਦੇ ਹਾਂ, ਸਾਡੀ ਸਾਡੇ ਨਜ਼ਰ ਨਹੀਂ ਹੋ ਰਹੀ। ਦੇਖੋ, ਭਾਈ ਨੰਦ ਲਾਲ ਗੋਇਲ ਨੇ ਕੁਛ ਇਸ ਤਰ੍ਹਾਂ ਦਾ ਲਿਖਿਆ ਹੋਇਆ ਫਾਰਸੀ ਦੇ ਵਿੱਚ। ਬੇਅਦਬੀ ਦੀ ਗੱਲ ਕਰਨ ਲਈ ਪਹਿਲਾਂ ਸਾਨੂੰ ਅਦਬ ਕਰਨਾ ਪਊ ਨਾ। ਅਦਬ ਹੈ ਕਿ ਅੱਜ ਦੀ ਤਾਰੀਖ ਵਿੱਚ, ਅੱਜ ਦੇ ਕੰਟੈਕਸਟ ਦੇ ਵਿੱਚ ਅਦਬ ਵਰਡ ਵੀ ਯੂਜ਼ ਨਹੀਂ ਹੋ ਰਿਹਾ। ਅਦਬ ਇੱਕ ਲਹਿਜ਼ਾ ਹੁੰਦਾ, ਇੱਕ ਪ੍ਰੋਟੋਕਾਲ ਵੀ ਹੁੰਦਾ, ਉਹਦੇ 'ਚ ਇੱਕ ਰਿਸਪੈਕਟ ਵੀ ਹੁੰਦੀ, ਉਹਦੀਆਂ ਕਿੰਨੀਆਂ ਹੀ ਕੋਨੋਟੇਸ਼ਨਸ ਨੇ। ਸਿੱਖਾਂ ਨੇ ਬੇਅਦਬੀ ਨੂੰ ਇੱਕ ਤੰਗ ਦਿਲੀ 'ਚੋਂ ਦੇਖਣਾ ਸ਼ੁਰੂ ਕਰਤਾ। ਮੈਂ ਬਿਲਕੁਲ ਸਹਿਮਤ ਹਾਂ ਕਿ ਪ੍ਰੋਟੋਕਾਲਸ ਹੋਣੇ ਚਾਹੀਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਕਿਸ ਤਰ੍ਹਾਂ ਅਸੀਂ ਸਤਿਕਾਰ ਦੇਣਾ, ਬਟ ਜੋ ਸਤਿਕਾਰ ਕਮੇਟੀਆਂ ਦਾ ਮੇਰੇ ਖਿਆਲ 'ਚ ਉਹ ਵੀ ਹੈ ਜੋ ਪਿਛਲੇ 10 ਸਾਲਾਂ 'ਚ UK 'ਚ ਚੱਲ ਰਿਹਾ। ਤੁਸੀਂ ਕਿਸੇ ਦਾ ਵਿਆਹ ਹੋਵੇ, ਉਹਦਾ ਬੈਸਟ ਡੇ ਆਫ ਦਾ ਲਾਈਫ ਹੁੰਦਾ,
ਤੁਸੀਂ ਉਸ ਤੋਂ ਪਹਿਲਾਂ ਕਦੀ ਉਹਦੀ ਗੱਲ ਨਾ ਕੀਤੀ ਹੋਵੇ, ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਚੱਕ ਲਿਆ, ਉਹ ਤਾਂ ਤੁਹਾਨੂੰ ਪੂਰੀ ਉਮਰ ਨਹੀਂ ਬਖਸ਼ਣਗੇ ਨਾ। ਸੋ ਇਹ ਜਿਹੜਾ ਨਾ, ਇਹ ਜਿਹੜਾ ਮੈਂ ਲਵ ਵਾਲਾ ਇਹ ਅਹਿਸਾਸ ਸਾਡਾ ਟੁੱਟ ਗਿਆ ਕਿਤੇ। ਸਾਨੂੰ ਐਂ ਲੱਗਿਆ ਕਿ ਪਤਾ ਨਹੀਂ ਕਿੰਨੀ ਵੱਡੀ ਬੇਅਦਬੀ ਹੋ ਗਈ। ਬੇਅਦਬੀ ਕੀ ਆ? ਅਸੀਂ ਸਿਰਫ ਜਿਹੜਾ ਫਿਜ਼ੀਕਲ ਰੂਪ ਹੈ, ਨਹੀਂ ਰੂਪ ਵੀ ਨਹੀਂ ਕਰਨਾ ਜੀ, ਨਹੀਂ ਅਸੀਂ ਸਿਰਫ ਉਹਨੂੰ ਮੰਨਦੇ ਹਾਂ, ਬਾਕੀ ਤਾਂ ਸਾਡੀ ਵੈਲਿਊ ਰਹਿ ਹੀ ਨਹੀਂ ਆ ਨਾ। ਉਹ ਰੂਪ ਨੂੰ ਅਸੀਂ ਮੰਨਾਂਗੇ, ਬਟ ਜੇ ਉਹਦੇ ਪਿੱਛੇ ਸਿਰਫ ਉਹਨੂੰ ਮੰਨਦੇ, ਉਹਨੂੰ ਅਸੀਂ ਮੰਨਾਂਗੇ ਜੇ ਉਹਦੇ ਪਿੱਛੇ ਵੈਲਿਊ ਸਿਸਟਮ ਵੀ ਖੜਾ। ਸੋ ਹੁੰਦਾ ਕੀ ਹੈ ਕਿ ਮੇਰੇ ਵਰਗਾ I look particular way, so people also assume ਕਿ ਹਰਿੰਦਰ ਇਦਾਂ ਦਾ ਹੋਊਗਾ, ਬਟ ਜੇ ਮੇਰੇ ਬਿਹੇਵੀਅਰ 'ਚ ਨਹੀਂ, ਮੇਰੇ ਬੋਲਣ 'ਚ ਹੀ ਨਹੀਂ ਹੋ, ਤੇ ਫਿਰ ਮੈਂ ਕੀ ਡਿਸਪਲੇ ਕਰ ਰਿਹਾ। ਸੋ ਅਸੀਂ ਬੇਸਿਕਲੀ ਬੇਅਦਬੀ ਨੂੰ ਵੀ ਉਸ ਲੈਵਲ ਤੇ ਲੈ ਗਏ ਆ, ਜਦ ਜੋ ਕੰਮ ਅਸੀਂ ਆਪ ਨਹੀਂ ਕਰ ਪਾ ਰਹੇ ਤੇ ਸਾਨੂੰ ਲੱਗਿਆ ਕਿ ਜਿਹੜੇ ਬਾਕੀ ਨਹੀਂ ਕਰ ਪਾ ਰਹੇ ਉਹਨੂੰ ਬੇਅਦਬੀ ਬਣਾ ਦਈਏ। ਨਾ ਇੱਥੇ ਮੈਂ ਇੱਕ ਡਿਸਕਲੇਮਰ ਲਾਵਾਂਗਾ ਜ਼ਰੂਰ, ਇੱਥੇ ਐਕਸੈਪਸ਼ਨ ਹੈ ਇਸ ਗੱਲ ਦੀ ਜੋ ਮੈਂ ਕਹਿ ਕੇ ਹਟਿਆ, ਜੇ ਕੋਈ ਪੋਲੀਟੀਕਲੀ ਆਰਗੇਨਾਈਜ਼ ਵੇ ਵਿੱਚ ਇਹ ਕਰ ਰਿਹਾ ਉਹਨੂੰ ਕਾਊਂਟਰ ਕਰਨਾ ਜ਼ਰੂਰ ਬਣਦਾ। ਉਹ ਤਾਂ ਮੰਨਦਾ ਹੈ, ਉਹ ਤਾਂ ਪਿੱਛੇ ਹਟਣ ਵਾਲੀ ਗੱਲ ਹੀ ਨਹੀਂ ਹੈਗੀ, ਬਟ ਉਹਦੇ ਨਾਲ ਮੈਂ ਕਹਿ ਰਹੀ ਹਾਂ ਕਿ ਜਿਹੜੀ ਅਸੀਂ ਆਪ ਕਰਦੇ ਹਾਂ ਅਸੀਂ ਉੱਤੇ ਵੀ ਤਾਂ ਦੇਖ ਲਈਏ। ਉਹ ਮੈਂ ਕਹਿ ਰਿਹਾ ਨਾ, ਅਸੀਂ ਅਦਬ ਲੈ ਕੇ ਆਈਏ, ਅਦਬ ਲੈ ਕੇ ਆਈਏ। ਆਈ ਵਾਂਟ ਟੂ ਵਰਕ ਵਿਦ ਦ ਪੋਜ਼ਿਟਿਵ ਵਰਡ, ਕਿਉਂਕਿ ਜਦ ਤੱਕ ਸਾਨੂੰ ਉਹਦੀ ਸਮਝ ਨਹੀਂ, ਸਾਡੀ ਬੇਅਦਬੀ ਸਪਿਨ ਹੁੰਦੀ ਰਹੂਗੀ। ਅਦਬ ਕਿੱਦਾਂ ਆਏਗੀ? ਦੈਟਸ ਵਾਟ ਮਾਈ ਕੁਐਸਚਨ ਇਜ਼। ਮੈਂ ਜਾ ਕੇ ਦੇਖਦੀ ਹਾਂ ਕਿ ਅੱਜ ਵੀ ਸਪੋਜ਼ਿੰਗ ਮੈਂ ਸੱਥ ਲਾਈ, ਮੈਂ ਅੱਜਕੱਲ ਸੱਥਾਂ ਵਿੱਚ ਬਹੁਤ ਜਾਂਦੀ ਤਾਂ ਮੇਰਾ ਕਾਫੀ ਸਵਾਲ ਉੱਥੋਂ ਨਿਕਲ ਕੇ ਆਉਣਗੇ। ਸੋ ਜਦ ਮੈਂ ਸੱਥ ਲਾਈ ਤਾਂ ਮੈਂ ਚੀਜ਼ਾਂ ਦੇਖਦੀ ਹਾਂ ਕਿ ਜਿਹੜੇ ਵੱਡੇ ਜ਼ਮੀਨਦਾਰ ਉਹ ਕੁਰਸੀਆਂ 'ਤੇ ਬੈਠਣਗੇ, ਜਿਹੜੇ ਮਨਰੇਗਾ 'ਚ ਕੰਮ ਕਰਨ ਆਪਣੇ ਉਹ ਨੀਚੇ ਬੈਠਣਗੇ, ਬੀਬੀਆਂ ਉੱਥੇ ਕੋਨੇ 'ਚ ਬੈਠਣਗੀਆਂ, ਗੁਰਦੁਆਰੇ ਵੀ ਜਾ ਜਾਓ ਇਹੋ ਅਸੀਂ ਉਹ ਕਰਨੀਆਂ। ਇਹ ਦਰਾਰਾਂ ਕਿੱਦਾਂ ਹਟਣਗੀਆਂ? ਇਹਦਾ ਇੱਕ ਬੜਾ ਵੱਡਾ ਇੰਪੈਕਟ ਹੋ ਰਿਹਾ ਕਿ ਕਨਵਰਜਨ ਵੀ ਵੱਧ ਰਹੀਆਂ ਸਾਡੇ। ਜਿਹੜੇ ਪਹਿਲੇ ਆਸਰਾ ਇੱਥੇ ਲੈਂਦੇ ਸੀ ਕਿ ਬਰਾਬਰੀ ਮਿਲੇਗੀ, ਅੱਜ ਇੱਥੋਂ ਆਸਰਾ ਮਿਲ ਨਹੀਂ ਰਿਹਾ, ਤਾਂ ਇਮੈਜਿਨ ਕਰੋ ਸਾਨੂੰ ਮਤਲਬ ਇਹ ਸੋਚ ਨੂੰ ਛੱਡ ਕੇ ਉਧਰ ਨੂੰ ਜਾ ਰਹੇ ਨੇ। ਹਾਂਜੀ, ਉਹਦੇ ਹੋਰ ਵੀ ਕਾਰਨ ਨੇ, ਬਟ ਇੱਕ ਇਹ ਵੀ ਕਾਰਨ ਹੈ। ਠੀਕ ਹੈ ਗੱਲ, ਦੇਖੋ ਇਹ ਪਹਿਲਾਂ ਵੀ ਸੀ, ਜਸਟ ਸੋ ਯੂ ਨੋ ਆਪਾਂ ਬੁੱਲੇ ਸ਼ਾਹ ਦਾ ਇਹਦਾ ਨਾਂ ਲੈਂਦੇ ਹਾਂ, ਆਪਾਂ ਸਾਰੇ ਉਹਨੂੰ ਇੰਜੋਏ ਕਰਦੇ ਹਾਂ। ਬੁੱਲੇ ਸ਼ਾਹ ਤੇ ਬਾਬਾ ਫਰੀਦ ਦਾ ਫਰਕ ਕੀ ਹੈ ਮੈਂ ਇੱਥੇ ਲਿਆਉਣਾ ਚਾਹੁੰਦਾ, ਕਿਉਂਕਿ ਆਪਾਂ ਨਾ ਥੋੜੇ ਜਿਹੇ ਬੁੱਲੇ ਸ਼ਾਹ ਵਾਂਗੂ ਹੋ ਗਏ। ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਤਸ਼ਾਹੀ ਖਾਲਸੇ ਨੂੰ ਦੇਤੀ, ਜਿਹੜੇ ਕਿ ਨੀਚੀਆਂ ਜਾਤਾਂ ਵਾਲੇ ਸੋ ਕਾਲਡ ਸੀ, ਬੁੱਲੇ ਸ਼ਾਹ ਨੇ ਕਿਹਾ ਸੀ ਭੂਰੀਆਂ ਵਾਲੇ ਰਾਜੇ ਕੀਤੇ। ਹੀ ਡਿਡਨਟ ਲਾਈਕ ਇਟ, ਕਿਉਂਕਿ ਉਹ ਅਰਿਸਟੋਕਰੈਟ ਆ, ਗੱਲਾਂ ਉਹ ਵੀ ਚੰਗੀਆਂ ਕਰਦਾ, ਕਿਉਂਕਿ ਉਹ ਹੈਗਾ ਲੱਗੀ ਪਾਵਰ ਸ਼ੇਅਰਿੰਗ ਦੀ। ਸਾਡੇ ਵੈਲਿਊ ਸਿਸਟਮ ਦੇ ਵਿੱਚ ਪਾਵਰ ਸ਼ੇਅਰਿੰਗ ਮੈਂਡੇਟ ਕਰਤੀ ਗੁਰੂ ਸਾਹਿਬ ਨੇ। 10ਵੇਂ ਪਾਤਸ਼ਾਹ ਨੇ ਤਾਂ ਸਿੱਧਾ ਹੀ ਕਰਤਾ ਨਾ। ਗੁਰੂ ਨਾਨਕ ਪਾਤਸ਼ਾਹ ਨੇ ਆਈਡੀਆ ਕੀਤਾ, ਟ੍ਰੇਨਿੰਗ ਕੀਤੀ, ਸਾਰਿਆਂ ਨੇ ਉਹ ਟ੍ਰੇਨਿੰਗ ਕਰਦੇ ਰਹੇ। 10ਵੇਂ ਪਾਤਸ਼ਾਹ ਨੇ ਤਾਂ ਸਿੱਧਾ ਹੀ ਕਰਤਾ ਕਿ ਇਨ ਗਰੀਬ ਸਿੰਘਾਂ ਕੋ ਦੇ ਪਾਤਸ਼ਾਹੀ। ਫਿਰ ਉਹਨਾਂ ਨੇ ਲਿਸਟ ਕੀਤੇ ਨੇ ਉਹ ਗਰੀਬ। ਹੁਣ ਹੋ ਕੀ ਗਿਆ? ਉਹ ਜਿਹੜੀ ਪਾਤਸ਼ਾਹੀ ਮਿਲੀ ਸੀ ਉਹਦੇ ਪਿੱਛੇ ਉਹ ਟ੍ਰੇਨਡ ਬਿਹੇਵੀਅਰ ਸੀਗੇ, ਇੱਕ ਵੈਲਿਊ ਸਿਸਟਮ ਸੀਗਾ। ਹੁਣ ਸਿਰਫ ਉਹਦੀ ਗੱਲ ਹੁੰਦੀ ਹੈ, ਉਹ ਟ੍ਰੇਨਡ ਬਿਹੇਵੀਅਰ ਤੇ ਵੈਲਿਊ ਸਿਸਟਮ ਬਹੁਤ ਜ਼ਿਆਦਾ ਥੱਲੇ ਚਲਾ ਗਿਆ। ਸੋ ਉਹਦੀ ਐਬਸੈਂਸ ਵਿੱਚ ਇਹੀ ਹੋਊਗਾ ਜੋ ਤੁਸੀਂ ਦੇਖ ਰਹੇ ਹੋ, ਭਾਵੇਂ ਉਹ ਗੁਰਦੁਆਰਿਆਂ 'ਚ ਆ ਤੇ ਭਾਵੇਂ ਉਹ ਸਾਡੇ ਘਰਾਂ ਵਿੱਚ ਵੀ ਕਈ ਲੈਵਲ ਤੇ ਆ ਵੀ ਸੀ ਕਿ ਆਪਾਂ ਵਿਮਨ ਨੂੰ ਵੀ ਕਿਸ ਤਰ੍ਹਾਂ ਡੀਲ ਕਰਦੇ ਆਪਣੇ ਘਰਾਂ 'ਚ ਵੀ। ਅਸੀਂ ਤਾਂ ਨਹੀਂ ਐਕੁਇਟੀ ਦੀ ਗੱਲ ਕਰਦੇ, ਸਾਡੇ ਕੋਲ ਤਾਂ ਇਕੁਆਲਿਟੀ ਦੀ ਗੱਲ ਵੀ ਨਹੀਂ ਹੋ ਪਾਉਂਦੀ। ਅਸੀਂ ਫੇਰ ਕਿਤੇ ਨਾ ਕਿਤੇ ਪੈਟਰੀਆਰਕੀ ਤੇ ਪਿਓਰਿਟੀ ਵਿੱਚ ਫਸੇ ਹੋਏ ਹਾਂ ਇਸ ਮਾਮਲੇ 'ਚ। ਸੋ ਗੋਇੰਗ ਬੈਕ ਟੂ ਇਟ, ਕਦੀ ਹੋਇਆ ਕਿ ਗੁਰੂ ਕੋਈ ਮਤਲਬ ਗੁਰਦੁਆਰਿਆਂ ਵਿੱਚ ਬੀਬੀਆਂ ਨੂੰ ਬਰਾਬਰੀ ਮਿਲੀ ਹੋਵੇ? ਬਿਕੋਜ਼ ਸ਼ੁਰੂਆਤ ਉੱਥੋਂ ਹੀ ਹੋਣੀ ਹੈ, ਜਦ ਉੱਥੇ ਮਿਲੇਗੀ ਤਾਂ ਫਿਰ। ਸੋ ਇਹ ਆਪਾਂ ਇਹ ਵਰਡ ਬਾਰੇ ਗੱਲ ਕਰਾਂਗੇ। ਬਰਾਬਰੀ ਇਕੁਆਲਿਟੀ ਹੈ। ਇਕੁਆਲਿਟੀ ਨਾ ਹਿਊਮਨ ਦੇ ਜਿਹੜੀ ਸਫਰੇਜਸ 40s ਵਿੱਚ ਬਣੀਆਂ ਨਾ, ਉਹ ਡਿਸਾਈਡ ਕਰਦੇ ਨੇ। ਇਕੁਆਲਿਟੀ ਤਾਂ somebody else is deciding. When somebody says ਕਿ you are core, let me pick that word, ਉਹ ਐਕਚੁਅਲੀ ਡਿਸਰਪਟ ਕੀਤਾ ਸੀ ਸਾਰੇ ਹਿੰਦੁਸਤਾਨੀ ਪਰੰਪਰਾ ਨੂੰ। ਕਿਉਂਕਿ ਹਿੰਦੁਸਤਾਨੀ ਪਰੰਪਰਾ ਕੀ ਸੀ? ਅਸੀਂ ਵਾਪਸ ਉਹਦੇ ਚਲੇ ਗਏ ਨਾ। ਨਿਵੇਕਲਾਪਣ ਤਾਂ ਇਹ ਸੀ, ਇੱਥੇ ਪਰੰਪਰਾ ਬਾਏ ਦਾ ਵੇ ਵੈਸਟ ਵਿੱਚ ਵੀ ਇਹੀ ਸੀ, ਇਨ ਅ ਲਿਟਲ ਬਿਟ ਡਿਫਰੈਂਟ ਫਾਰਮ। ਉਹ ਸੀਗਾ ਕਿ ਵਿਆਹ ਤੋਂ ਪਹਿਲਾਂ ਤੁਸੀਂ ਪ੍ਰੋਪਰਟੀ ਹੋ ਆਪਣੇ ਫਾਦਰ ਦੀ, ਵਿਆਹ ਤੋਂ ਬਾਅਦ ਤੁਸੀਂ ਪ੍ਰੋਪਰਟੀ ਹੋ ਆਪਣੇ ਪਤੀ ਦੀ। ਇਹ ਡਿਸਰਪਟ ਕਰਤਾ। ਕੌਰ ਦੀ ਸੈਪਰੇਸ਼ਨ ਨਹੀਂ ਕੀਤੀ। ਕੌਰ ਐਕਚੁਅਲੀ ਲਿਟਰਲੀ ਮੀਨਸ ਨੈਕਸਟ ਇਨ ਲਾਈਨ ਟੂ ਰੂਲ, ਜਿਹਨੂੰ ਅਸੀਂ ਕੱਲ ਟਿੱਕਾ ਕਹਿੰਦੇ ਹਾਂ ਨਾ, ਇੱਕ ਕਵਰ ਹੁੰਦਾ ਸੀ ਕਿਹੜਾ ਨੈਕਸਟ ਇਨ ਲਾਈਨ ਟੂ ਰੂਲ, ਦੈਟ ਪ੍ਰਿੰਸਲੀ ਆਈਡੀਆ। ਉਹ ਇੱਕ ਬਹੁਤ ਵੱਡਾ ਇੰਪਾਵਰਮੈਂਟ ਸੀ। ਇਸੇ ਕਰਕੇ ਸਿੱਖਾਂ ਨੇ ਐਨਮੈਸ ਉਹਨੂੰ ਐਕਸੈਪਟ ਕੀਤਾ। ਬਟ ਜਦ ਅਸੀਂ ਸੌਖੇ ਹੋ ਗਏ, ਜਿਹੜੇ ਡਾਊਨ ਟਰੋਡਨ ਰੂਲਰਸ ਬਣ ਗਏ, ਉਹ ਵਾਪਸ ਫਿਰ ਆਪਣੀ ਕੈਸਟਿਸਟ ਆਈਡੀਓਲੋਜੀ ਤੇ ਸੈਕਸਿਸਟ ਆਈਡੀਓਲੋਜੀ ਪ੍ਰੈਕਟਿਸ ਕਰਨ ਲੱਗੇ, ਜਿਹੜੀ ਕਿ ਲਾਰਜਰ ਸਾਊਥ ਏਸ਼ੀਆ 'ਚ ਆਲਰੇਡੀ ਚੱਲ ਰਹੀ ਸੀ। ਸੋ ਉਹਨੂੰ ਦੁਬਾਰਾ ਰਿਵਾਈਵ ਕਰਨਾ ਪੈਣਾ। ਰਿਵਾਈਵ ਕਰਨ ਦਾ ਇੱਕੋ ਹੀ ਸਿੰਪਲ ਤਰੀਕਾ ਹੁੰਦਾ ਹੈਗਾ। ਅੱਜ ਕੱਲ੍ਹ ਵੈਸੇ ਸਾਡੇ ਕੋਲ ਬੜੀ ਗੁੱਡ ਨਿਊਜ਼ ਆ, ਮੈਨੂੰ ਇਹਦਾ ਮਾੜਾ ਵੀ ਨਹੀਂ ਲੱਗਦਾ। ਗੁੱਡ ਨਿਊਜ਼ ਇਜ਼ ਕਿ ਹੁਣ ਟੈਕਨੋਲੋਜੀਕਲੀ ਨੈਗੇਟਿਵਿਟੀ ਵੀ ਆ, ਬਟ ਹੁਣ ਸੋਸ਼ਲ ਸਾਇੰਟਿਸਟ ਕਹਿੰਦੇ ਆ ਕਿ ਚੇਂਜ ਲਿਆਉਣ ਲਈ 7% ਪਾਪੂਲੇਸ਼ਨ ਜੇ ਸੋਚਣ ਲੱਗ ਜਾਵੇ ਆ ਜਾਂਦਾ। ਪਹਿਲਾਂ ਇਹ 10% ਹੁੰਦਾ ਸੀ। ਮੈਂ ਪਿਛਲੇ 3-4 ਸਾਲਾਂ 'ਚ ਦੇਖ ਰਿਹਾ, ਤੁਹਾਨੂੰ ਉਹਦੇ ਨਜ਼ਰ ਵੀ ਆਊਗਾ ਕਿ ਕਿਸ ਤਰ੍ਹਾਂ ਇੱਕਦਮ ਹੀ ਹੋ ਜਾਂਦਾ। ਕਈ ਵਾਰ ਪਤਾ ਨਹੀਂ ਲੱਗਦਾ ਕਿਵੇਂ ਹੋ ਗਿਆ, ਰਾਈਟ। ਸੋ ਇਮੈਜਿਨ ਜੇ ਅਸੀਂ ਸਸਟੇਨੇਬਲ ਲੈਵਲ 'ਤੇ
7% ਪੰਜਾਬੀ ਜੇ ਕੋਈ ਪੰਜਾਬ ਦਾ ਇਸ਼ੂ ਹੈ, 7% ਸਿੱਖ ਜੇ ਕੋਈ ਸਿੱਖ ਇਸ਼ੂ ਆ, ਜਾਂ 7% ਜੋ ਇੰਡੀਆ 'ਚ ਦਲਿਤ ਕਹੇ ਜਾਂਦੇ ਨੇ ਮੂਲ ਨਿਵਾਸੀ ਸੋਚਣ ਲੱਗ ਜਾਣ, ਸਾਰੀ ਡਿਸਰਪਸ਼ਨ ਹੋ ਜੂਗੀ ਸਿਸਟਮ ਦੀ। ਉਹਨੂੰ ਹੀ ਰੋਕਣ ਲਈ ਆਈ ਬਲੀਵ ਇੰਨੀਆਂ ਜ਼ਿਆਦੀਆਂ ਡਿਸਟਰੈਕਸ਼ਨਸ ਹੋ ਰਹੀਆਂ ਨੇ, ਬਿਕੋਜ਼ ਦੇ ਨੋ ਤੁਸੀਂ ਨਾ ਸਟੇਟ ਨੂੰ ਡਿਫੀਟ ਨਹੀਂ ਕਰ ਸਕਦੇ ਕਿਤੇ ਵੀ ਦੁਨੀਆ 'ਚ, ਇਹ ਇੱਕ ਐਵੇਂ ਵਹਿਮ ਹੈਗਾ, ਬਟ ਤੁਸੀਂ ਡਿਸਰਪਟ ਬੜਾ ਜ਼ਬਰਦਸਤ ਕਰ ਸਕਦੇ ਹੋ, ਤੇ ਜਦੋਂ ਡਿਸਰਪਟ ਹੋ ਜਾਂਦਾ ਫਿਰ ਚੇਂਜਸ ਆ ਜਾਂਦੇ ਨੇ। ਸਾਨੂੰ ਉਹਦੇ ਵੱਲ ਬਹੁਤ ਤਿਆਰੀ ਕਰਨ ਦੀ ਲੋੜ ਆ, ਆਪਣੇ ਵੈਲਿਊ ਸਿਸਟਮ ਨੂੰ ਅੱਗੇ ਲਿਆ ਕੇ ਜਿਹੜਾ ਗੁਰਬਾਣੀ ਦੇ ਬੇਸ ਤੇ ਆ। ਲੇਡੀਜ਼ ਦੀ ਗੱਲ ਕਰਦੇ ਖਾਸ ਕਰ ਅੱਜ ਕੱਲ੍ਹ ਕੁਝ ਥੋੜੀ ਸੀ ਜ਼ਿਆਦਾ ਕੁਝ ਮੁੱਦੇ ਜਾਂ ਤੇ ਹੱਥ ਪਾਈਏ ਤਾਂ ਜ਼ਿਆਦਾ ਕੁਝ ਸੁਣਨਾ ਪੈ ਰਿਹਾ ਹੈਗਾ, ਉਧਰ ਨੂੰ ਕਿੱਦਾਂ ਕਿੰਨੀ ਬਰਾਬਰੀ ਹੈ ਜਾਂ ਕਿੰਨਾ ਸਤਿਕਾਰ ਹੈ ਜਿਹੜਾ, ਬਿਕੋਜ਼ ਆਈ ਰਿਮੈਂਬਰ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਉਹ ਇੱਕ ਲੂਣਾ ਹੁੰਦਾ ਸੀਗਾ, ਤੇ ਰਾਤੀ ਮੈਂ ਡੈਂਟਿਸਟ ਕੋਲ ਜਾਂਦੀ ਸੀ ਪੀਜੀਆਈ, ਉੱਥੇ ਲੇਟ ਹੋ ਜਾਣਾ 6 ਡਾਕ ਹੋ ਜਾਣਾ, ਤੇ ਇਹੋ ਪਤਾ ਸੀਗਾ ਕਿ ਜੇ ਕੋਈ ਪ੍ਰੋਬਲਮ ਹੋ ਜਾਏ, ਉਹ ਖਰਾਬ ਬੜੇ ਹੁੰਦੇ ਸੀਗੇ, ਤੇ ਜੇ ਕੋਈ ਜਿੱਥੇ ਕੋਈ ਸਰਦਾਰ ਹੋ ਜਾਏ ਖੜੇ ਹੋ ਜਾਓ, ਅੱਜ ਨਹੀਂ ਮੈਂ ਕਰ ਸਕਦੀ। ਸੋ ਉਹ ਜਿਹੜੀ ਚੇਂਜ ਆਈ ਹੈ ਉਹ ਉਧਰ ਔਰ ਇੱਧਰ ਵਿੱਚ ਕਿੰਨਾ ਫਰਕ ਹੈ, ਕਿ ਉੱਥੇ ਜਿਹੜਾ ਅਸੀਂ ਮੰਨਦੇ ਹਾਂ ਕਿ ਉੱਥੇ ਔਰਤਾਂ ਨੂੰ ਜ਼ਿਆਦਾ ਬਰਾਬਰੀ ਘਰ ਵਿੱਚ ਮਿਲਦੀ ਹੈ ਕਿ ਉਹ ਸਿਰਫ ਦੇਖੋ ਉਹ ਤਾਂ ਤੁਸੀਂ ਜਿਹੜੇ এনवायरमेंट 'ਚ ਹੁੰਦੇ ਹੋ ਉਹ ਤਾਂ ਸੁਭਾਵਿਕ ਆ, ਫਰਕ ਹੋਊਗਾ, ਬਟ ਆਈ ਵਾਂਟ ਟੂ ਸੇ ਸਮਥਿੰਗ ਐਲਸ। ਨਹੀਂ, ਆਈ ਮੀਨ ਕਿ ਇੱਕ ਜਿਹੜਾ ਸਿੱਖ ਹਾਊਸਹੋਲਡ ਹੈ ਉੱਥੇ ਵੀ ਵੈਸਟ ਵਿੱਚ ਉਹ ਇੰਬਾਈਬ ਕਰ ਪਾਏ ਕਿ ਇੱਥੇ ਵਾਲਾ ਹਾਲ, ਉਹ ਹਾਊਸਹੋਲਡ ਤੇ ਡਿਪੈਂਡ ਕਰਦਾ, ਮੈਂ ਇਹ ਕਹਿ ਰਿਹਾ, ਕਿਉਂਕਿ ਜਿਸ ਹਾਊਸਹੋਲਡ ਦੇ ਵਿੱਚ ਤੁਸੀਂ ਵੈਲਿਊ ਸਿਸਟਮ ਨੂੰ ਨਹੀਂ ਆਣ ਦੇ ਰਹੇ, ਉੱਥੇ ਵੀ ਨਹੀਂ ਅਲਾਉਡ, ਜੋ ਮਰਜ਼ੀ ਕਹੀ ਜਾਣ, ਬਟ ਜਿੱਥੇ ਆ ਗਿਆ, ਭਾਵੇਂ ਉਹ ਤੁਸੀਂ ਚੰਡੀਗੜ੍ਹ ਬੈਠੇ ਹੋ ਤੇ ਭਾਵੇਂ ਬਠਿੰਡੇ ਤੇ ਭਾਵੇਂ ਬਰਮਿੰਗਹੈਮ, ਉਹ ਆ ਜਾਊਗਾ। ਬਟ ਵਾਟ ਯੂ ਸੈਡ ਅਬਾਊਟ ਯੂਰ ਸੈਲਫ ਨਾ, ਵਿਚ ਇਜ਼ ਅ ਸੈਡ ਰਿਐਲਿਟੀ, ਰਾਈਟ, ਯੂ ਫੀਲ ਦੈਟ, ਬਟ ਆਈ ਆਲਸੋ ਵਾਂਟ ਟੂ ਮੈਂਸ਼ਨ ਕਿ ਮੈਂ ਪਿਛਲੇ 2 ਸਾਲਾਂ 'ਚ ਉਹ ਵੀ ਹੁਣ ਟੈਸਟਮਨੀਜ਼ ਨੌਨ ਸਿੱਖਸ ਦੀਆਂ ਸੁਣੀਆਂ ਨੇ, ਸਪੈਸ਼ਲੀ ਡਿਊਰਿੰਗ ਫਾਰਮਰਸ ਮੂਵਮੈਂਟ, ਜਿੱਥੇ ਉਹ ਕਹਿੰਦੇ ਆਈ ਫੀਲ ਸੇਫ ਅਗੇਨ ਟੂ ਬੀ ਇਨ ਦ ਕੰਪਨੀ ਆਫ ਦ ਸਿੱਖਸ, ਐਂਡ ਵੀ ਹਰਡ ਮੈਨੀ ਪੀਪਲ ਸੇਇੰਗ ਦੈਟ। ਸੋ ਆਈ ਥਿੰਕ ਇੱਕ ਜਿਹੜਾ ਨਿਖਾਰ ਆਉਂਦਾ ਕਿਸੇ ਤਰੀਕੇ ਨਾਲ, ਮੈਂ ਉਧਰ ਵੱਲ ਜਾਣਾ ਚਾਹੁੰਦਾ। ਯੈਸ ਵੀ ਸਾਡੀ ਜੀ ਜਨਰੇਸ਼ਨ ਹੋਈ ਹੈ, ਇਹਦੇ ਬਾਰੇ ਕੋਈ ਸ਼ੱਕ ਨਹੀਂ, ਤਾਂ ਹੀ ਅਸੀਂ ਇੱਥੇ ਇਸ ਹਾਲ 'ਚ ਬੈਠੇ ਆ ਨਾ, ਬਟ ਉਹਦੇ ਬਾਵਜੂਦ ਵੀ ਜਿਹੜੀ ਐਕਚੁਅਲੀ ਜਦ ਤੁਸੀਂ ਕਹ ਲਓ, ਮੈਂ ਤੇ ਸੌਰੀ ਮੈਂ ਰੁਕਣਾ ਚਾਹੁੰਦੀ ਹਾਂ, ਫਾਰਮਰ ਪ੍ਰੋਟੈਸਟ ਤੇ ਇੱਕ ਸੀਗਾ ਕਿ ਸਾਰੀ ਜਨਰੇਸ਼ਨ ਇਕੱਠੀਆਂ ਬੈਠੀਆਂ ਸੀ। ਜਿਸ ਦਿਨ ਪਹਿਲੇ ਦਿਨ ਅਸੀਂ ਪਹੁੰਚੇ ਨਾ ਦਿੱਲੀ, ਮੈਂ ਇਕੱਲੀ ਲੇਡੀ ਸੀਗੀ, ਇੱਕ ਹੋਰ ਜੱਥਾ ਆ ਰਿਹਾ ਸੀ, ਉਹ ਬਹੁਤ ਪਿੱਛੇ ਸੀਗਾ, ਅਸੀਂ ਪਹਿਲੇ ਪਹੁੰਚ ਗਏ ਸੀ ਜਿੱਥੇ ਮੈਨੂੰ 6 ਵਜੇ ਉੱਥੇ ਬਜ਼ੁਰਗ ਵੀ ਸੀ, ਨੌਜਵਾਨ ਵੀ ਸੀ, ਕੁਛ ਐਸੇ ਕਹਿੰਦੇ ਬੀਬਾ ਹੁਣ ਤੂੰ ਚਲੀ ਜਾ ਬਾਹਰ। ਸੋ ਉਹ ਪ੍ਰੋਟੈਕਸ਼ਨ ਸੀਗੀ ਬਿਕੋਜ਼ ਇੱਕ ਉਹ ਵੱਡਿਆਂ ਦਾ ਹੱਥ ਵੀ ਸੀਗਾ, which means ਕਿ ਉਹ ਵਿਜੀਲੈਂਸ ਆ ਨਾ ਥੋੜੀ ਜੀ, ਦੇ ਆਰ ਅਵੇਅਰ ਕੀ ਹੋ ਰਿਹਾ ਤੇ ਗਲਤ ਐਲੀਮੈਂਟ ਵੀ, ਉਹਨੂੰ ਹੁਣ ਅੱਜ ਕਿੱਦਾਂ ਲੈ ਕੇ ਆਵਾਂਗੇ। How gurus did it. You know, this may shock most people. You know, we have actually gone away from Gurbani's value system. You know, 100% Guru Granth Sahib ਦੀ voice feminine ਆ, ਤੇ ਅੱਜ ਤੁਸੀਂ ਫੈਮਿਨਿਜ਼ਮ ਦੀ ਗੱਲ ਕਰਨ ਲੱਗੋ ਤੇ ਲੋਕ ਕਹਿੰਦੇ ਇਹ ਕੀ ਗੱਲ ਹੋ ਗਈ। ਤੁਸੀਂ 12 ਮਾਹ ਬਾਣੀ ਆ ਜਿਵੇਂ, ਯੂ ਨੋ, ਉਹਦੇ ਵਿੱਚ ਜਿਵੇਂ ਸੀਜ਼ਨ ਚੇਂਜ ਹੋ ਰਿਹਾ, ਉਹ ਇੱਕ ਪ੍ਰੋਟੈਗਨਿਸਟ ਦੀ ਗੱਲ ਆ ਕਿ ਹਾਊ ਇਜ਼ ਸ਼ੀ ਗੋਇੰਗ ਟੂ ਕਨੈਕਟ ਇਨ ਹਰ ਸੈਪਰੇਸ਼ਨ। ਹੁਣ ਸਾਰੇ ਬੰਦੇ ਵਿਆਖਿਆ ਕਰ ਰਹੇ 12 ਮਾਹ ਦੀ, ਮੈਂ ਵੀ ਪਾਠ ਕਰਦਾ ਉਹਦਾ, ਮੈਂ ਵੀ ਇੱਕ ਟੀਮ ਨਾਲ ਕੰਮ ਕਰ ਰਿਹਾ। ਆਈ ਕੈਨ ਟੈਲ ਯੂ, ਸਾਡੇ 20 ਬੰਦਿਆਂ ਦੀ ਟੀਮ ਵਿੱਚ 3 ਵੂਮਨ ਨੇ ਜਦ ਰਿਫਲੈਕਸ਼ਨ ਦਿੱਤੀ ਤਾਂ ਹੀ ਆਈ, ਬੰਦਿਆਂ ਕੋਲੋਂ ਹੋਈ ਨਹੀਂ। ਇਹ ਹੋ ਗਿਆ, ਨੌਲੇਜ ਇਕੱਠਾ ਕਰਕੇ ਉਹਨੂੰ ਟੀਚ ਕਰਨਾ ਇਜ਼ ਨਾਟ ਰਿਫਲੈਕਸ਼ਨ, ਇਹ ਬਹੁਤ ਹੋ ਰਿਹਾ, ਪ੍ਰਸਾਰ ਹੋ ਰਿਹਾ, ਡਿਸਟ੍ਰੀਬਿਊਸ਼ਨ ਹੋ ਰਹੀ ਆ। ਬਟ ਇੱਕ ਐਜ਼ ਏ ਵਿਮਨ ਪ੍ਰੋਟੈਗਨਿਸਟ, ਗੁਰਬਾਣੀ ਦੇ ਜਿਹੜੇ ਵੋਕੈਬਲਰੀ ਹੈ ਨਾ, ਇੱਕ ਸਖੀ ਵਾਂਗੂ ਕਿਵੇਂ ਦੇਖਣਾ, ਸਹੇਲੀ ਵਾਂਗੂ, ਮਹੇਲੀ ਵਾਂਗੂ, ਉਹ ਤਾਂ ਅਸੀਂ ਕਰ ਹੀ ਨਹੀਂ ਪਾ ਰਹੇ, ਵਿਚ ਮੀਨਸ ਕਿ ਜਿਹੜੀ ਇੱਕ ਹਾਈਪਰ ਮੈਸਕੂਲਿਨਿਟੀ ਆ ਗਈ ਆ। ਦਿਸ ਇਜ਼ ਨਾਟ ਅਬਾਊਟ ਬੀਇੰਗ ਐਂਟੀ ਮੈਨ, ਹਾਈਪਰ ਮੈਸਕੂਲਿਨਿਟੀ ਇਹ ਖਾਲਸੇ ਦਾ ਇੱਕ ਰੂਪ ਆ, ਉਹਦੇ ਵਿੱਚ ਇੰਨੀ ਫੈਮਿਨਿਟੀ ਭਰੀ ਸੀਗੀ ਕਿ ਉਹ ਇੱਕ ਕੁਚੱਜੀ ਵਾਂਗੂ ਆਪਣੇ ਆਪ ਨੂੰ ਲੈਂਦੀ ਸੀ ਫੈਮਿਨਨ ਮੋਡ ਵਿੱਚ ਆ ਕੇ, ਫਿਰ ਉਹ ਸੁਚੱਜੀ ਬਣਨਾ ਸਿੱਖਦੀ ਸੀ, ਫਿਰ ਉਹਦੇ 'ਚ ਉਹ ਗੁਣਵੰਤੀ ਬਣਦੀ ਸੀ। ਇਹ ਗੁਰਬਾਣੀ ਦੀ ਵੋਕੈਬਲਰੀ ਆ। ਦਿਸ ਇਜ਼ ਵਾਈ ਆਲ ਗੁਰੂਜ਼ ਵੀ ਨੋ ਆਰ ਮੇਲ, ਭਗਤ ਸਰ ਮੇਲ, ਬਟ ਆਪਣੇ ਆਪ ਨੂੰ ਆਇਡੈਂਟੀਫਾਈ ਐਜ਼ ਏ ਵਿਮਨ ਕਰ ਰਹੇ ਨੇ, ਐਜ਼ ਏ ਫੀਮੇਲ ਕਰ ਰਹੇ ਨੇ। ਆਈ ਬਿਲੀਵ ਲਾਰਜਰ ਪਾਰਟ ਆਫ ਜਿਹੜਾ ਇਹ ਇਸ਼ੂਜ਼ ਨੇ, ਸੇਫਟੀ ਵਾਲੇ, ਵਿਮਨ ਨੂੰ ਇਕੁਅਲੀ ਟਰੀਟ ਨਹੀਂ ਕਰਨ ਵਾਲੇ, ਵਿਮਨ ਨੂੰ ਇੰਪਿਓਰ ਕਰਨ ਵਾਲੇ, ਉਹ ਇੱਥੋਂ ਆ ਰਹੇ ਨੇ ਕਿਉਂਕਿ ਅਸੀਂ ਆਇਡੈਂਟੀਫਾਈ ਨਹੀਂ ਕਰ ਪਾ ਰਹੇ ਹਾਂ ਫੈਮਿਨਨ ਜੈਂਡਰ ਦੇ ਨਾਲ, ਜਿਹੜਾ ਸਾਡੇ ਵਿੱਚ ਵੀ ਆ, ਤੇ ਅਸੀਂ ਉਹਨੂੰ ਬਾਹਰ ਕੱਢ ਕੇ ਲੈ ਕੇ ਆਉਣਾ। ਉਹਨੂੰ ਵੀਕ ਕਰ ਦਿਖਾਇਆ ਜਾਂਦਾ, ਤਾਂ ਕਿੱਥੇ ਉਹ ਜਿਹੜੇ ਮੇਲ ਜਿਹੜੇ ਹੈਗੀ, ਉਹਨੂੰ ਲੱਗਦਾ ਕਿ ਜੇ ਅਸੀਂ ਫੈਮਿਨਨ ਹੋਵਾਂਗੇ ਤਾਂ ਉਹ ਵੀਕਨੈਸ ਸਾਡੀ ਹੈ। ਇਹ ਹੈ, ਵੀ ਮਸਟ ਐਕਨੋਲੇਜ ਇਹ ਇਸ਼ੂ ਹੈ, ਇਟ ਇਜ਼ ਅ ਵਲਨਰੇਬਲ ਪੋਜੀਸ਼ਨ ਫॉर ਮੋਸਟ ਮੈਨ, ਬਟ ਇਹ ਸਾਨੂੰ ਸਿਖਾਇਆ ਗੁਰੂ ਨੇ।
this is ਆਓ ਸਖੀ ਹਰ ਮੇਲ ਕਰੇ ਹਾ ਸਾਰਾ ਹੀ ਫੈਮਿਨਨ ਆ ਸੋ ਵੀ ਹੈਵ ਟੂ ਲਰਨ ਫਰਮ ਦ ਗੁਰੂਜ਼ ਬਾਣੀ। ਬੜੇ ਫੇਮਸ ਉਹਨਾਂ ਦਾ ਸਵੇਰੇ ਸੁਣ ਰਹੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਸਿਰਫ ਉਹਨਾਂ ਨੂੰ ਖੁਸ਼ ਰੱਖਣ ਲਈ ਔਰਤਾਂ ਨੂੰ ਬਰਾਬਰੀ ਦਿੱਤੀ ਕਿ ਇਹਦਾ ਮਤਲਬ ਇਹ ਓਪਨਲੀ ਹੁਣੇ ਪ੍ਰਚਾਰ ਹੋ ਰਿਹਾ ਹੈ। ਔਰ ਇਹ ਜੀ ਸਟੇਟਮੈਂਟਸ ਬਾਰੇ ਮੈਂ ਨਹੀਂ ਕੁਝ ਕਹਾਂਗਾ ਕਿਉਂਕਿ ਜੋ ਬਾਣੀ ਆ ਨਾ ਵੀ ਡੋਂਟ ਰੀਅਲਾਈਜ਼ ਕਿ ਅਸੀਂ ਕਿੰਨੇ ਫੋਰਚੂਨੇਟ ਆ ਕਿੰਨੇ ਲੱਕੀ ਆ। ਇਹ ਗੁਰੂ ਦੇ ਭਗਤਾਂ ਦੇ ਆਪਣੇ ਮੂੰਹਾਂ ਚੋਂ ਆਈ ਹੈ। ਇਹ ਵੌਇਸ ਆ ਬਾਣੀ ਦਾ ਮਤਲਬ ਹੀ ਆ ਜਿਹੜੀ ਵੌਇਸਡ ਕੀਤੀ ਗਈ, ਕੋਈ ਇੰਟੈਲੈਕਚੁਅਲ ਐਨਾਲਿਸਿਸ ਲਈ ਨਹੀਂ ਆ। ਅੱਜ ਕੱਲ੍ਹ ਨਾ ਐਨਾਲਿਸਿਸ ਹੋ ਰਿਹਾ ਬੜਾ, ਤੁਸੀਂ ਜਿੱਥੇ ਮਰਜ਼ੀ ਦੇਖੋ ਵਿਸ਼ਲੇਸ਼ਣ ਕਰੋ। ਗੁਰਬਾਣੀ ਦਾ ਵੀ ਇਹੀ ਹੋ ਰਿਹਾ। ਗੁਰਬਾਣੀ ਦਾ ਸਿੰਥੇਸਿਸ ਆ ਜਿਹਨੂੰ ਮੈਂ ਇੰਟੀਗ੍ਰੇਸ਼ਨ ਕਹਿੰਦਾ ਕਿ ਇਕੱਠਾ ਕਰਨ ਵਾਲੀ ਤਾਂ ਗੱਲ ਹੀ ਨਹੀਂ ਹੋ ਰਹੀ। ਉੱਥੇ ਜੈਂਡਰਸ ਦੀ ਜਿਹੜੀ ਇੱਕ ਡਾਇਕੋਟਮੀ ਬਣੀ ਹੋਈ ਸੀ ਸਮਾਜ ਦੇ ਵਿੱਚ, ਉਹਨਾਂ ਨੇ ਉਹਨੂੰ ਸਮਝਿਆ। ਓਬਵੀਅਸਲੀ ਉਹ ਤਾਂ ਪਰਫੈਕਸ਼ਨ ਨੇ, ਮੈਂ ਤਾਂ ਆਪਣੇ ਲੈਵਲ 'ਤੇ ਹੀ ਕਹਿ ਰਿਹਾ। ਫਿਰ ਉਹਨੂੰ ਦੇਖਿਆ ਕਿ ਇਹਨੂੰ ਕ੍ਰੀਏਟਿਵਲੀ ਡਿਸਰਪਟ ਕਿਵੇਂ ਕਰੀਏ। ਸੋ ਉਹਨਾਂ ਨੇ ਕਿਹਾ ਵੀ ਆਲ ਆਰ ਫੈਮਿਨਨ ਬੀਇੰਗਸ। ਇਨਫੈਕਟ ਜਦ ਵਾਹਿਗੁਰੂ ਦੀ ਗੱਲ ਕੀਤੀ ਹੈ, ਇੱਕ ਓਂਕਾਰ ਜਾਂ ਰੱਬ ਦੀ ਗੱਲ ਕੀਤੀ ਗੁਰੂ ਸਾਹਿਬ ਨੇ, ਉਹਨਾਂ ਨੇ ਤਾਂ ਇੱਥੇ ਵੀ ਲਿਖਤਾ ਕਿ ਪੁਰਖ ਮੈਂ ਪੁਰਖ ਨਾਰ ਮੈਂ ਨਾਰੀ। ਹੁਣ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਕਿ ਬੰਦਿਆਂ ਵਿੱਚੋਂ ਸਭ ਤੋਂ ਵੱਡਾ ਬੰਦਾ ਉਹ ਆ ਤੇ ਜਨਾਨੀਆਂ ਵਿੱਚੋਂ ਸਭ ਤੋਂ ਵੱਡੀ ਜਨਾਨੀ ਇਹ ਆ। ਤੇ ਅਸੀਂ ਇਹ ਵਿਚ ਮੀਨਸ ਕਿ ਸਾਡੇ ਸਾਰਿਆਂ ਵਿੱਚ ਅਸੀਂ ਉਹਦਾ ਅੰਸ਼ ਆ ਨਾ, ਤੁਸੀਂ ਵੀ ਹੋ ਮੈਂ ਵੀ ਹਾਂ। ਸੋ ਜੇ ਤੁਹਾਡਾ ਜੈਂਡਰ ਹੈਗਾ, ਅਜੇ ਤਾਂ ਆਪਾਂ ਇੰਨੀ ਕੀ ਗੱਲ ਕਰ ਰਹੇ ਹਾਂ, ਜੈਂਡਰ ਫਲੂਇਡਿਟੀ ਵੀ ਸਾਨੂੰ ਥਾਂ ਦੇਣੀ ਪੈਣੀ ਹੈ। ਸਾਡੀਆਂ ਜਿਹੜੀਆਂ ਸੈਕਸ਼ੂਅਲ ਓਰੀਐਂਟੇਸ਼ਨ ਨੇ ਉਹਨਾਂ ਨੂੰ ਵੀ ਸਾਨੂੰ ਥਾਂ ਦੇਣੀ ਪੈਣੀ ਹੈ। ਡਜ਼ਨਟ ਮੀਨ ਕਿ ਮੈਂ ਮੰਨਾਂ ਅੱਜ ਉਹਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਨਹੀਂ ਇਹ ਸਾਡਾ ਸਿਸਟਮ ਡਿਸਟਰਬ ਕਰ ਦੇਗੀ ਬਹੁਤ। ਨਹੀਂ, ਇਹ ਸਾਡਾ ਸਿਸਟਮ ਨਹੀਂ, ਇਹ ਮੈਸਕੁਲਿਨਿਟੀ ਨੂੰ ਡਿਸਰਪਟ ਕਰਦੀ ਹੈ। ਇਹ ਜਿਹੜੀ ਇੱਕ ਪੈਟਰੀਆਰਕੀ ਹੈ ਉਹਨੂੰ ਡਿਸਰਪਟ ਕਰਦੀ ਹੈ। ਜਦ ਕਿਸੇ ਚੀਜ਼ ਨੂੰ ਤੁਸੀਂ ਦੇਖੋ ਡਿਗਨਿਟੀ ਐਂਡ ਰਿਸਪੈਕਟ ਤਾਂ ਸਾਰਿਆਂ ਦੀ ਦੇਣੀ ਹੈ ਨਾ। ਗੁਰੂ ਸਾਹਿਬ ਨੇ ਸਿਖਾਇਆ ਕੀ ਹੈ ਕਿ ਜਿਹੜਾ ਇੱਕ ਹੁੰਦਾ ਪ੍ਰਾਈਡ ਵਾਲਾ ਮਾਨ, ਇੱਕ ਹੁੰਦਾ ਜਿਹੜਾ ਗੁਰੂ ਦੇ ਰਿਹਾ। ਸਾਨੂੰ ਉਹ ਸਿਖਾਇਆ ਜਿਹੜਾ ਗੁਰੂ ਦੇ ਰਿਹਾ ਕਿ ਐਵਰੀਵਨ ਇਜ਼ ਡਿਵਾਈਨ। ਯੂ ਡੋਂਟ ਹੈਵ ਟੂ ਅਗਰੀ ਵਿਦ ਦੈਮ। ਤੁਸੀਂ ਹਰੇਕ ਨੂੰ ਐਕਸੈਪਟ ਜ਼ਰੂਰੀ ਥੋੜ੍ਹੀ ਕਿ ਤੁਸੀਂ ਉਹਦੀ ਜੈਂਡਰ ਤੇ ਸੈਕਸ਼ੁਅਲਿਟੀ ਨਾਲ ਅਗਰੀ ਕਰੋ, ਬਟ ਤੁਸੀਂ ਉਹਨੂੰ ਕਹੋਗੇ ਤੂੰ ਮਾੜਾ ਹੈ। ਇਹ ਤਾਂ ਸਾਡੇ ਕਲਚਰ ਦਾ ਕਿਤੇ ਹਿੱਸਾ ਹੀ ਨਹੀਂ ਬਣਿਆ। ਆਖਰੀ ਸਵਾਲ ਤੇ ਆਉਂਦੇ ਆ ਤਾਂ ਕਿ ਜਿਹੜਾ ਸੁਣ ਰਿਹਾ ਹੈ ਉਹ ਇਹ ਸਮਝ ਪਾਏ ਐਜ਼ ਅ ਫਾਦਰ, ਤੁਸੀਂ ਇੱਕ ਬੇਟੀ ਵੀ ਹੈ ਬੇਟਾ ਵੀ, ਦੋਨਾਂ ਨੂੰ ਇਹਦੇ ਵਿੱਚ ਕੁਝ 2-3 ਟਿਪਸ ਕਿ ਇਹਨਾਂ ਨੂੰ ਤੁਸੀਂ ਕਿੱਦਾਂ ਜੋੜ ਰਹੇ ਹੋ ਇਸ ਸੋਚ ਨਾਲ? ਆਪਾਂ ਸਾਰੀਆਂ ਚੀਜ਼ਾਂ ਨਾਲ ਜੋੜ ਲੈਂਦੇ ਹਾਂ। ਦੇਖੋ ਜਿਹੜੀ ਐਲੀਮੈਂਟਰੀ ਐਜੂਕੇਸ਼ਨ ਹੈ ਨਾ, ਉਹ ਮੈਂ ਅਸੀਂ ਦੋਨਾਂ ਨੂੰ ਹੀ ਦਿੱਤੀ ਹੈ। ਥੋੜਾ ਬਹੁਤ ਸਿਖਾਤਾ। ਮੈਂ ਤਾਂ ਇਸ ਮਾਮਲੇ 'ਚ ਚੱਲਣਾ, ਯੂ ਹੈਵ ਟੂ ਫਿਗਰ ਆਊਟ ਕੀ ਕਰਨ ਦੀ ਲੋੜ ਆ, ਰਾਈਟ। ਬਟ ਮੈਂ ਤਾਂ ਦੋਨਾਂ ਨੂੰ ਇੱਕੋ ਜਿਹਾ ਦੇਖਦਾ। ਮੈਂ ਤਾਂ ਦੋਨਾਂ ਨਾਲ ਵੀ, ਹੁਣ ਮੇਰੀ ਡਾਟਰ ਹੈਗੀ ਆ ਤੇ ਸਨ ਹੈਗਾ, ਦੋਨੋਂ ਹੀ ਪ੍ਰੀ-ਟੀਨ ਦੇ ਟੀਨੇਜਰ ਹੋ ਗਏ ਨੇ। ਉਹਨਾਂ ਦੋਨਾਂ ਦੇ ਨਾਲ ਕਿਉਂਕਿ ਜਿਹੜੀ ਰਿਐਲਿਟੀ 'ਚ ਉਹ ਰਹਿ ਰਹੇ ਨੇ ਨਾ, ਤਾਂ ਅਸੀਂ ਉਸ ਰਿਐਲਿਟੀ 'ਚ ਗੱਲ ਕਰਨੀ ਪਊ। ਮੇਰੀ ਡਾਟਰ ਇੱਕ ਦਿਨ ਮੈਨੂੰ ਕਹਿੰਦੀ ਹਾਫ ਆਫ ਮਾਈ ਕਲਾਸ ਵੇਪਸ, ਮਤਲਬ ਜਿਹੜੀਆਂ ਇਹ ਸਿਗਰਟਸ ਬਣੀਆਂ ਨਵੇਂ ਕਿਸਮ ਦੀਆਂ, ਉਹ ਸਾਰੀ ਅੱਧੀ ਕਲਾਸ ਉਹ ਪੀ ਰਹੀ ਹੈ ਤੇ ਉਹ ਰਿਐਲਿਟੀ 'ਚ ਨਿਕਲ ਰਹੀ ਹੈ। ਤੇ ਮੈਂ ਉਹਨਾਂ ਨਾਲ ਗੱਲ ਨਹੀਂ ਕਰਾਂਗਾ ਕੀ ਸੈਕਸ਼ੂਅਲ ਓਰੀਐਂਟੇਸ਼ਨਸ ਪੂਰੀ ਦੁਨੀਆ ਚੱਲ ਰਹੀਆਂ ਤੇ ਪਰਵਰਸ਼ਨ ਚੱਲ ਰਹੀਆਂ ਨੇ। ਉਹ ਸਾਰੀਆਂ ਗੱਲਾਂ ਸਾਨੂੰ ਕਰਨੀਆਂ ਪੈਣਗੀਆਂ। ਸਾਨੂੰ ਸਿਕਿਉਰ ਹੋਣ ਦੀ ਲੋੜ ਆ। ਅਸੀਂ ਭਾਵੇਂ ਸਾਡਾ ਕੋਈ ਮੁੰਡਾ ਤੇ ਭਾਵੇਂ ਕੁੜੀ ਆ ਤੇ ਭਾਵੇਂ ਉਹਦੇ 'ਚ ਜੈਂਡਰ ਫਲੂਇਡਿਟੀ ਆ, ਤੁਸੀਂ ਐਮਬ੍ਰੇਸ ਤਾਂ ਕਰੋ ਨਾ। ਡਜ਼ਨਟ ਮੀਨ ਕਿ ਤੁਸੀਂ ਉਸ ਲਾਈਫ ਸਟਾਈਲ ਨੂੰ ਐਂਡੋਰਸ ਕਰ ਰਹੇ ਹੋ। ਕੋਈ ਗੁਨਾਹ ਨਹੀਂ ਹੈ। ਗੁਨਾਹ ਛੱਡੋ ਜੀ, ਗੁਨਾਹ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਗੁਰਬਾਣੀ ਵਿੱਚ ਤਾਂ ਗੁਨਾਹ ਲਿਖਿਆ, ਅਸੀਂ ਆਪ ਗੁਨਾਹ ਹੈ। ਗੁਰੂ ਅਰਜਨ ਪਾਤਸ਼ਾਹ ਤੋਂ ਬੈਟਰ ਤਾਂ ਸਾਡੇ ਕੋਲ ਆਨਸਰ ਨਹੀਂ ਨਾ। ਉਹ ਕਹਿੰਦੇ ਨੇ ਮੈਂ ਮੂਰਖ ਕੀ ਕੇ ਤੱਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਸਿਨ ਵਰਡ ਬੜਾ ਰਿਲੀਜੀਅਸ ਦਾ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਨਹੀਂ ਕ੍ਰਿਮੀਨੈਲਿਟੀ ਕਿੰਨੀ ਆ ਗਈ ਸਾਡੇ 'ਚ, ਅਸੀਂ ਉਹ ਸਭ ਸਮਝਦੇ ਕ੍ਰਿਮੀਨੈਲਿਟੀ ਨੂੰ। ਕਹਿੰਦੇ ਫਿਰ ਮੇਰੀ ਵੀ ਤੂੰ ਟੇਕ ਕੇਅਰ ਕਰ ਲਏਗਾ। ਕਹਿਣ ਦਾ ਭਾਵ ਇਹ ਆ ਕਿ ਜਿਹਨੂੰ ਅਸੀਂ ਕਹਿੰਦੇ ਨਾ ਕਿ ਬੜੇ ਵਧੀਆ ਬੰਦੇ ਨੇ ਜਾਂ ਬੜੇ ਪਿਓਰ ਬੰਦੇ ਨੇ, ਪਤਿਤ ਨੇ, ਗੁਰਬਾਣੀ 'ਚ ਆਇਆ ਕਿ ਅਸੀਂ ਸਾਰੇ ਪਤਿਤ ਹਾਂ। ਪਤਿਤ ਹੁੰਦਾ ਜਿਹੜਾ ਸਿਨ ਨਾਲ ਉਹਦਾ ਕੋਈ ਸੰਬੰਧ ਨਹੀਂ, ਫਾਲਨ, ਜਿਹੜਾ ਡਿੱਗਿਆ ਹੋਇਆ। ਕੋਈ ਕਲੇਮ ਕਰੂ ਕਿ ਮੈਂ ਨਹੀਂ ਡਿੱਗਿਆ ਹੋਇਆ। ਡਿੱਗੇ ਹੋਏ ਨੂੰ ਚੱਲਣਾ ਸਿਖਾਈਦਾ, ਚੱਲਣੇ ਹੋਏ ਨੂੰ ਦੌੜਨਾ ਸਿਖਾਈਦਾ। ਇਹ ਆ ਸਾਡਾ ਵੈਲਿਊ ਸਿਸਟਮ। ਹਰਿੰਦਰ, ਮੇ ਬੀ ਹਰ 2-3 ਸਾਲ ਬਾਅਦ ਤੁਹਾਡੇ ਨਾਲ ਬੈਠਣ ਦਾ ਮੌਕਾ ਮਿਲਦਾ, ਪਰ ਹਰ ਵਾਰੀ ਕੁਝ ਸਿੱਖ ਕੇ ਹੀ ਜਾਂਦੀ ਹਾਂ। ਤੁਸੀਂ ਨਹੀਂ ਚਾਹੁੰਦੇ ਕਿ ਮੈਂ ਕਹਾਂ ਕਿ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ, ਪਰ ਮੈਂ ਸਿੱਖਿਆ ਹੈ, ਮੈਂ ਡਿਨਾਈ ਨਹੀਂ ਕਰਾਂਗੀ। ਐਂਡ ਅੱਜ ਫਿਰ ਬੜਾ ਚੰਗਾ ਲੱਗਿਆ ਗੱਲਬਾਤ ਕਰਕੇ। ਐਂਡ ਇਹੋ ਆਸ ਹੈ ਕਿ ਵੀ ਜੋ ਸਾਡੇ ਐਜ਼ ਮਾਂ ਬਾਪ ਦਾ ਸਾਡਾ ਫਰਜ਼ ਹੈ, ਜਿਵੇਂ ਸਾਡੇ ਪੇਰੈਂਟਸ ਸਾਡੇ ਨਾਲ ਨਿਭਾਇਆ ਹੈਗਾ, ਜੇ ਅਸੀਂ ਅੱਜ ਦਲੇਰ ਹੋ ਕੇ ਗੱਲਾਂ ਕਰ ਪਾ ਰਹੇ ਹਾਂ, ਜੇ ਅਸੀਂ ਡਿੱਗ ਕੇ ਫਿਰ ਤੋਂ ਉੱਠ ਪਾ ਰਹੇ ਹਾਂ, ਮੈਂ ਤਾਂ ਖੈਰ ਦੂਜੀ ਲਾਈਫ ਜੀ ਰਹੀ ਹੈਗੀ ਆ, ਦੂਜੀ ਤੀਜੀ ਸ਼ਾਇਦ। ਸੋ ਜੇ ਉਹ ਕਰ ਪਾ ਰਹੇ ਹਾਂ ਤਾਂ ਉਹਦੇ ਵਿੱਚ ਸਾਡੀ ਪੇਰੈਂਟਿੰਗ ਸੀ ਜਿਹੜੀ ਸਿੱਖੀ ਨਾਲ ਬਹੁਤ ਜੁੜੀ ਹੋਈ ਸੀਗੀ। ਤੁਸੀਂ ਵੀ ਬਹੁਤ ਕਾਲੇ ਦੌਰ ਦੇਖੇ, ਮੈਂ ਵੀ ਬਹੁਤ ਕਾਲੇ ਦੌਰ ਦੇਖੇ, ਤੇ ਅੱਜ ਜੇ ਖੜੇ ਆ ਫਿਰ ਗੱਲਾਂ ਕਰ ਰਹੇ ਇਹਨਾਂ ਬਾਰੇ, ਤੇ ਉਹ ਜਿਹੜੀ ਤਾਕਤ ਹੈ ਉੱਥੋਂ ਹੀ ਆਪਣੀ ਗੁਰੂ ਗ੍ਰੰਥ ਸਾਹਿਬ ਤੋਂ ਆਉਂਦੀ ਹੈ। ਤਾਂ ਮੇ ਬੀ ਕਿੱਥੇ ਅੱਜ ਜਿਹੜੀ ਸਾਡੇ
ਉਮਰ ਦੇ ਲੋਕ ਨੇ ਉਹਨਾਂ ਨੂੰ ਸਮਝਣਾ ਪਏਗਾ ਕਿ ਸਾਡੇ ਤੋਂ ਗਲਤੀਆਂ ਕਿੱਥੇ ਹੋਈਆਂ ਔਰ ਅੱਜ ਜਿਹੜੇ ਸਾਡੇ ਬੱਚੇ ਨੇ ਜਿਹੜਾ ਰਾਹ ਲੱਭ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਮਦਦ ਕਰਨੀ ਪਏਗੀ। ਓਰੀਜਨਲ ਇਨਸਪੀਰੇਸ਼ਨ ਵੱਲ ਜਾਣ ਦੀ ਲੋੜ ਆ। ਜੋ ਗਲਤ ਹੋ ਰਿਹਾ ਇੰਨੀ ਛੇਤੀ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ, ਕੀ ਪਤਾ ਕੀ ਗਲਤ ਹੈ ਕੀ ਠੀਕ। ਸਾਡੇ ਕਰੰਟ ਫਰੇਮ ਵਿੱਚ ਸਾਨੂੰ ਬੜਾ ਕੁਝ ਗਲਤ ਲੱਗਦਾ ਬਟ ਕਿਸੇ ਹੋਰ ਫਰੇਮ ਵਿੱਚ ਚੰਗਾ ਹੋਵੇ, ਬਟ ਸਾਨੂੰ ਉਹ ਤੰਗ ਕਰ ਰਿਹਾ, ਪੇਨਫੁਲ ਹੈਗਾ। ਸੋ ਪੇਨਫੁਲ ਤੋਂ ਜੇ ਬਾਹਰ ਆਉਣਾ ਸਾਨੂੰ ਆਪਣੇ ਵੈਲਿਊ ਸਿਸਟਮ ਵੱਲ ਪੁਨਰ ਸੁਰਜੀਤ ਕਹਿੰਦਾ ਜਿਹਨੂੰ ਰਿਵਾਈਵ ਕਰਨ ਦੀ ਲੋੜ ਆ ਉਸ ਵੈਲਿਊ ਸਿਸਟਮ ਦੀ। ਆਪਣੇ ਆਪ ਪ੍ਰਤੀ ਜਿੰਨਾ ਮਰਜ਼ੀ ਹਾਰਡ ਹੋ ਪਰ ਦੂਸਰਾ ਪ੍ਰਤੀ ਥੋੜਾ ਜਿਹਾ ਚਿਲ ਕਰੋ, ਥੋੜਾ ਰਿਲੈਕਸਡ ਰਹੋ, ਗਿਵ ਹਿਮ ਸਮ ਬਰੀਥਿੰਗ ਸਪੇਸ ਐਜ਼ ਵੀ ਸੇ। ਰਾਈਟ, ਸੋ ਅਸੀਂ ਉਹਨਾਂ ਨੂੰ ਥੋੜਾ ਜਿਹਾ ਸਮਾਂ ਦਿੰਦੇ ਹਾਂ ਸਾਡੀਆਂ ਗੱਲਾਂ ਸੁਣਨ, ਅਸੀਂ ਵੀ ਉਹਨਾਂ ਦੀ ਸੁਣੀਏ ਸਮਝੀਏ। ਥੈਂਕ ਯੂ। ਮਿਹਰਬਾਨੀ।